हले यारा खुश खबरी खुश खबरी हले यारा खुश खबरी हले यारा खुश खबरी हले यारा खुश खबरी हले यारा खुश खबरी बल बल जाऊं बल बल जाऊं बल बल जाऊं बल बल बिगारियां नीकी तेरी बिगारियां नीकी तेरी बिगारियां ले तेरा नाम ले तेरा नाम हल्ले यारा खुश खबरी हल्ले यारा खुश खबरी कुजा आमद कुजा रफ्ती कुजा मेरवी कुजा आमद कुजा रफ्ती कुजा मेरवी द्वारका नगरी रास भुगोई द्वारका नगरी रास भुगोई हल्ले यारा खुश खबरी हल्ले यारा खुश खबरी बल बल जाऊं बल बल जाऊं बल बल जाऊं बल बल नीकी तेरी बिगारियां ले तेरा नाम नीकी तेरी बिगारियां ले तेरा नाम हल्ले यारा खुश खबरी हाँ हल्ले यारा खुश खबरी हल्ले यारा खुश खबरी खुश खबरी खुश खबरी खूब तेरी तेरी पगड़ी मीठ तेरे बोल तेरी पगड़ी मीठ तेरे बोल खूब तेरी पगड़ी मीठ तेरे बोल खूब तेरी पगड़ी मीठ तेरे द्वारका नगरी काहे के मंगो द्वारका नगरी काहे के मंगोल हल्ले यारा खुश खबरी हल्ले यारा खुश खबरी बल बल जाऊं बल बल जाऊं बल बल जाऊं बल बल जाऊं नीकी तेरी बिगारियां ले तेरा नाम नीकी तेरी बिगारियां ले तेरा नाम हल्ले यारा खुश खबरी हल्ले यारा खुश खबरी चंदी हजार आलम एकल खाना चंदी हजार आलम एकल खाना हम चिनी
पातशाह हम चीनी पातशाह सांवले वरना हम चीनी पातशाह सांवले वरना अस्पत गजपत नरै नरिंद अस्पत गजपत नरै नरिंद नामे के स्वामी मीर मुकंदर नामे के स्वामी मीर मुकंदर हल्ले यारा खुश खबरी हल्ले यारा खुश खबरी बल बल जाओ बल बल जाओ बल बल जाओ बल बल जाओ नीकी तेरी बिगारियां नीकी तेरी बिगारियां ले तेरा नाम नीकी तेरी बिगारियां ले तेरा नाम हल्ले यारा खुश खबरी हल्ले यारा हल्ले यारा हल्ले यारा हल्ले यारा हल्ले यारा हल्ले यारा खुश खबरी ਅੱਜ ਦਾ ਸ਼ਬਦ ਦੇ ਵਿੱਚ ਸਾਨੂੰ ਲਿਖਿਆ ਰਹਾਉ ਮਿਲਦਾ ਹੈ। ਸ਼ਬਦ ਦੇ ਵਿੱਚ ਸਾਨੂੰ ਲਿਖੀਆਂ ਗਿਣਤੀਆਂ ਮਿਲਦੀਆਂ ਨੇ। ਸ਼ਬਦ ਦੇ ਵਿੱਚ ਸਾਨੂੰ ਲਿਖਿਆ ਸ਼ਬਦ ਦਾ ਸਿਰਲੇਖ ਮਿਲਦਾ ਹੈ। ਜਿਵੇਂ ਕਿ ਇਸ ਦਾ ਸਿਰਲੇਖ ਹੈ, ਇਹ ਬਾਣੀ ਤਿਲੰਗ ਰਾਗ ਵਿੱਚ ਭਗਤ ਨਾਮਦੇਵ ਜੀ ਦੀ ਗੁਰੂ ਗ੍ਰੰਥ ਸਾਹਿਬ ਜੀ ਦੇ 727 ਨੰਬਰ ਪੰਨੇ 'ਤੇ ਅੰਕਿਤ ਹੈ। ਸ਼ਬਦ ਦੇ ਰਹਾਉ 'ਚੋਂ ਸਾਨੂੰ ਸ਼ਬਦ ਦਾ ਭਾਵ ਅਰਥ ਸੈਂਟਰਲ ਆਈਡੀਆ ਮਿਲਦਾ ਹੈ ਅਤੇ ਬਾਕੀ ਸਾਰੇ ਪਦੇ ਉਸ ਭਾਵ ਅਰਥ ਨੂੰ ਉਸੇ ਮੈਸੇਜ ਨੂੰ ਸਪੋਰਟ ਕਰਦੇ ਨੇ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਬਣਤਰ ਜੇਕਰ ਅਸੀਂ ਸਮਝਦੇ ਹਾਂ ਤਾਂ ਉਹਦਾ ਸਾਨੂੰ ਫਾਇਦਾ ਕੀ ਹੈ। ਬਾਣੀ ਦੀ ਬਣਤਰ ਦੇ ਵਿੱਚ ਸਾਨੂੰ ਸ਼ਬਦ ਦੇ ਰਹਾਉ ਦੇ ਨਾਲ ਅਤੇ ਸ਼ਬਦ ਦੇ ਥੀਮ ਭਾਵ ਦੇ ਨਾਲ ਸ਼ਬਦ ਦੇ ਅਖੀਰ 'ਤੇ ਗਿਣਤੀਆਂ ਲਿਖੀਆਂ ਮਿਲਦੀਆਂ ਨੇ। ਜਿਵੇਂ ਕਿ ਇਸ ਸ਼ਬਦ ਵਿੱਚ ਗਿਣਤੀ ਲਿਖੀ ਹੋਈ ਹੈ, ਅਖੀਰ 'ਤੇ ਲਿਖਿਆ ਸ਼ਬਦ ਜਿੱਥੇ ਮੁੱਕਿਆ 4, ਫਿਰ ਲਿਖਿਆ 2 ਅਤੇ ਫਿਰ ਲਿਖਿਆ 3। 4 ਦਾ ਮਤਲਬ ਹੈ ਕਿ ਇਸ ਸ਼ਬਦ ਦੇ ਵਿੱਚ 4 ਪਦ ਹਨ। ਇਸ ਤੋਂ ਇਲਾਵਾ 2 ਲਿਖਿਆ, 2 ਸ਼ੋ ਕਰਦਾ ਹੈ ਕਿ ਤਿਲੰਗ ਰਾਗ ਵਿੱਚ ਭਗਤ ਨਾਮਦੇਵ ਜੀ ਦਾ ਇਹ ਦੂਜਾ ਸ਼ਬਦ ਹੈ। ਅੱਗੇ ਲਿਖਿਆ 3। ਜਦੋਂ ਕੋਈ ਰਾਗ ਸ਼ੁਰੂ ਹੁੰਦਾ ਹੈ ਤਾਂ ਰਾਗ ਦੀ ਸਭ ਤੋਂ ਪਹਿਲਾ ਸ਼ਬਦ ਗੁਰੂ ਨਾਨਕ ਪਾਤਸ਼ਾਹ ਦਾ ਹੁੰਦਾ ਹੈ। ਨਵਾਂ ਟੌਪਿਕ, ਨਵਾਂ ਰਾਗ, ਗੁਰੂ ਗ੍ਰੰਥ ਸਾਹਿਬ ਦਾ ਹਾਸ਼ੀਆ ਬਦਲ ਜਾਂਦਾ ਹੈ, ਕਲਰ ਬਦਲ ਜਾਂਦਾ ਹੈ ਅਤੇ ਨਵਾਂ ਰਾਗ ਸ਼ੁਰੂ ਹੁੰਦਾ ਹੈ। ਹਰ ਰਾਗ ਦੇ ਵਿੱਚ ਨਾਨਕ ਪਾਤਸ਼ਾਹ ਤੋਂ ਬਾਅਦ ਜੇ ਉਸੇ ਰਾਗ ਵਿੱਚ ਸ਼ਬਦ ਗੁਰੂ ਅੰਗਦ ਪਾਤਸ਼ਾਹ ਦਾ ਤਾਂ ਹੋਏਗਾ ਨਹੀਂ, ਤੇ ਸਕਿਪ ਹੋ ਕੇ ਫਿਰ ਮਹਿਲਾ ਤੀਜਾ ਸ਼ੁਰੂ ਹੋਏਗਾ। ਮਹਿਲਾ ਤੀਜਾ ਜਿੱਥੇ ਸ਼ੁਰੂ ਹੋਏਗਾ ਉੱਥੇ ਗੁਰੂ ਨਾਨਕ ਪਾਤਸ਼ਾਹ ਦੇ ਟੋਟਲ ਸ਼ਬਦ ਲਿਖੇ ਹੋਣਗੇ। ਜਿੱਥੇ ਨਾਨਕ ਪਾਤਸ਼ਾਹ ਦੇ ਸ਼ਬਦ ਖਤਮ ਹੋਏ ਹਨ, ਮਹਿਲਾ ਤੀਜਾ ਸ਼ੁਰੂ ਹੋਇਆ, ਤੀਜੇ ਦੇ ਜਿੱਥੇ ਸ਼ਬਦ ਪੂਰੇ ਖਤਮ ਹੋਣਗੇ ਉੱਥੇ ਗਿਣਤੀ ਪਾਈ ਹੋਏਗੀ ਟੋਟਲ। ਫਿਰ ਇਸ ਤਰ੍ਹਾਂ ਕਰਦਿਆਂ ਗੁਰੂ ਅਰਜਨ ਪਾਤਸ਼ਾਹ ਤੱਕ, ਪੰਚਮ ਪਾਤਸ਼ਾਹ ਤੱਕ, ਫਿਰ ਮਹਿਲੇ 9ਵੇਂ ਦੇ ਸ਼ਬਦ। ਜੇਕਰ ਕਿਸੇ ਗੁਰੂ ਵਿਅਕਤੀ ਦਾ ਉਹਦੇ ਰਾਗ ਵਿੱਚ ਸ਼ਬਦ ਨਹੀਂ ਹੈ ਤਾਂ ਉਹ ਸਕਿਪ ਹੋ ਜਾਂਦਾ, ਅਗਲੇ ਗੁਰ ਕੇ ਮਹਿਲ ਦੇ ਸ਼ਬਦ ਸ਼ੁਰੂ ਹੋ ਜਾਂਦੇ ਨੇ। ਜਿੱਥੇ ਗੁਰੂਆਂ ਦੀ ਬਾਣੀ ਉਸ ਰਾਗ ਦੇ ਟੌਪਿਕ ਵਿੱਚ ਮੁੱਕਦੀ ਹੈ ਉੱਥੇ ਟੋਟਲ ਕਰ ਦਿੱਤਾ ਜਾਂਦਾ ਹੈ ਅਤੇ ਉਸ ਤੋਂ ਬਾਅਦ ਫਿਰ ਭਗਤਾਂ ਦੀ ਬਾਣੀ ਸ਼ੁਰੂ ਹੁੰਦੀ ਹੈ। ਅਤੇ ਜੇ ਉਸ ਰਾਗ ਵਿੱਚ ਭਗਤਾਂ ਦੀ ਬਾਣੀ ਸਭ ਤੋਂ ਪਹਿਲਾਂ ਕਬੀਰ ਸਾਹਿਬ ਦੀ ਉਚਾਰੀ ਹੋਈ ਹੈ ਤੇ ਫਿਰ ਕਬੀਰ ਸਾਹਿਬ ਦਾ ਰਾਗ ਦਾ ਉਹ ਪਹਿਲਾ ਸ਼ਬਦ ਹੋਏਗਾ। ਇੱਥੇ ਪਤਾ ਲੱਗਾ ਕਿ ਲੜੀਵਾਰ ਜਦੋਂ ਸ਼ਬਦ ਪੜ੍ਹਦੇ ਹਾਂ ਅਸੀਂ ਦੇਖਦੇ ਹਾਂ ਕਿ ਕਈ ਵਾਰੀ ਸਾਡੇ ਐਸੇ ਪ੍ਰੋਗਰਾਮ ਹੁੰਦੇ ਨੇ ਵੀ ਘੰਟੇ ਵਿੱਚ 6-8 ਸ਼ਬਦ ਪੜ੍ਹਨੇ, ਪਰ ਉਹ ਅਲੱਗ-ਅਲੱਗ ਟੌਪਿਕ ਹੁੰਦੇ ਨੇ। ਗੁਰੂ ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਦੀ ਬਣਤਰ ਸਾਨੂੰ ਸਮਝਾਈ ਹੈ, ਜਿਸ ਨੂੰ ਸਾਡਾ ਸਮਝਣਾ ਫਰਜ਼ ਬਣਦਾ ਹੈ। ਉਸ ਬਣਤਰ ਨੂੰ ਵੇਖੀਏ ਤਾਂ ਜੇ ਟੋਟਲ 3 ਸ਼ਬਦ ਨੇ
ਤਾਂ ਉਹ ਤਿੰਨ ਸ਼ਬਦਾਂ ਦਾ ਟੌਪਿਕ ਅਤੇ ਰਹਾਉ ਇੱਕੋ ਕਿਸਮ ਦਾ ਹੋਏਗਾ। ਲੇਕਿਨ ਜੇ ਉਸੇ ਰਾਗ ਵਿੱਚ ਟੌਪਿਕ ਥੋੜ੍ਹਾ ਜਿਹਾ ਹੋਰ ਚੇਂਜ ਕਰਕੇ ਗੱਲ ਉਸੇ ਨੂੰ ਸਮਝਾਉਣ ਹੈ ਤਾਂ ਗੱਲ ਥੋੜ੍ਹੀ ਜਿਹੀ ਚੇਂਜ ਹੋਈ ਹੈ, ਘਰ ਚੇਂਜ ਹੋ ਜਾਏਗਾ ਅਤੇ ਉਸ ਦੇ ਪਦੇ ਚੇਂਜ ਹੋ ਜਾਣਗੇ ਅਤੇ ਉੱਥੇ ਗਿਣਤੀ ਦਾ ਟੋਟਲ ਨਵਾਂ ਸ਼ੁਰੂ ਹੋਣਾ ਸ਼ੁਰੂ ਹੋ ਜਾਏਗਾ। ਇੱਥੇ ਕਬੀਰ ਸਾਹਿਬ ਦਾ ਤਿਲੰਗ ਰਾਗ ਵਿੱਚ ਇੱਕੋ ਸ਼ਬਦ ਹੈ, ਉਹ ਸ਼ਬਦ ਹੈ ਬੇਤ ਕਤੇਬ ਇਫਤਰਾ ਭਾਈ ਦਿਲ ਕਾ ਫਿਕਰ ਨਾ ਜਾਏ, ਬੰਦੇ ਖੋਜ ਦਿਲ ਹਰ ਰੋਜ਼। ਅਤੇ ਉਸ ਤੋਂ ਪਹਿਲਾਂ ਗੁਰੂ ਤੇਗ ਬਹਾਦਰ ਸਾਹਿਬ ਦੇ ਤਿਲੰਗ ਰਾਗ ਵਿੱਚ ਸ਼ਬਦ ਖਤਮ ਹੋਏ ਨੇ। ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਦੇ ਤਿਲੰਗ ਰਾਗ ਦੇ ਸ਼ਬਦ ਖਤਮ ਹੋਏ ਨੇ ਉੱਥੇ ਤੱਕ ਅਸੀਂ ਗੁਰੂਆਂ ਦੀ ਬਾਣੀ ਤੋਂ ਆਖਰੀ ਸ਼ਬਦ ਤੋਂ ਵੀ ਜੇ ਪਿਕਅਪ ਕਰ ਲਈਏ ਤਾਂ ਪਤਾ ਲੱਗਦਾ ਟੌਪਿਕ ਕੀ ਚੱਲ ਰਿਹਾ। ਜਿਵੇਂ ਅਸੀਂ ਪੱਛਮ ਬਿਹਾਰ ਲੜੀਵਾਰ ਮਹਿਲੇ 9ਵੇਂ ਦੇ ਸ਼ਲੋਕ ਸਮਝੇ ਸਨ ਤਾਂ ਪਤਾ ਲੱਗਾ ਮਹਿਲੇ 9ਵੇਂ ਦੇ ਸ਼ਲੋਕ ਦਾ ਟੌਪਿਕ ਸ਼ਲੋਕ ਵਾਰਾਂ ਤੇ ਵਧੀਕ ਤੋਂ ਮਹਿਲੇ ਪਹਿਲੇ ਤੋਂ ਹੀ ਚੱਲਦਾ ਪਿਆ। ਸੋ ਸਾਨੂੰ ਮਹਿਲਾ ਪਹਿਲਾ ਦੇ ਵਾਰਾਂ ਤੋਂ ਵਧੀਕ ਸਮਝਣਾ ਪਿਆ, ਮਹਿਲਾ ਦੂਜਾ, ਮਹਿਲਾ ਤੀਜਾ, ਮਹਿਲਾ ਚੌਥਾ, ਮਹਿਲਾ ਪੰਜਵਾਂ ਦੇ। ਤਾਂ ਪਤਾ ਲੱਗਾ ਮਹਿਲੇ 9ਵੇਂ ਦੀ ਗੱਲ ਇਸ ਤਰ੍ਹਾਂ ਕਿਸ ਤਰ੍ਹਾਂ ਸ਼ੁਰੂ ਹੋਈ ਹੈ, ਲੜੀ ਪਿੱਛੋਂ ਲੈ ਕੇ ਆਉਣੀ ਪੈਂਦੀ ਹੈ। ਜਦੋਂ ਅਸੀਂ ਇਸ ਲੜੀਵਾਰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਇਸ ਯੂਨੀਕ ਬਣਤਰ ਦੇ ਸਿਸਟਮ ਨੂੰ ਦੇਖਦੇ ਹਾਂ ਤਾਂ ਪਤਾ ਲੱਗਦਾ ਹੈ ਕਿ ਇੱਥੇ ਇਸ ਟੌਪਿਕ ਨੂੰ ਕਿਵੇਂ ਸਮਝੀਏ ਕਿ ਇਹ ਟੌਪਿਕ ਕਿਹੜਾ ਹੈ। ਜੇ ਨਾ ਸਮਝੀਏ ਤਾਂ ਇੱਕ ਪੁਸਤਕ ਹੈ ਜਿਹੜੀ ਪੁਸਤਕ ਖੌਰੇ ਕਿਤਨੇ ਸਾਲ ਪਹਿਲਾਂ ਭਾਵ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਤੋਂ ਵੀ ਪਹਿਲਾਂ ਮੈਨੂੰ ਜਾਪਦਾ ਹੈ ਮੇ ਬੀ ਉਸ ਪੁਸਤਕ ਦਾ ਨਾਂ ਹੈ ਭਗਤ ਮਾਲ। ਉਹ ਪੁਸਤਕ ਭਗਤਾਂ ਦੀ ਬਾਣੀ ਦੇ ਨਾਲ ਕੋਈ ਨਾ ਕੋਈ ਕਰਾਮਾਤੀ, ਕੋਈ ਨਾ ਕੋਈ ਅੰਧ ਵਿਸ਼ਵਾਸੀ ਖਿਆਲ ਬਿਠਾਉਣ ਵਾਲੀਆਂ ਕਹਾਣੀਆਂ ਲਗਾ ਕੇ ਬਣਾਈ ਹੋਈ ਹੈ। ਜੇ ਸਾਨੂੰ ਬਾਣੀ ਦੀ ਸਮਝ ਨਾ ਹੋਏ ਨਾ ਤਾਂ ਅਸੀਂ ਉਸ ਭਗਤ ਮਾਲ ਦੇ ਵਿੱਚੋਂ ਕੱਚੀਆਂ ਕਹਾਣੀਆਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਪੜ੍ਹਦੇ ਸੁਣਦੇ ਰਹਿੰਦੇ ਹਾਂ। ਮੈਂ ਕਿਸੇ ਨੂੰ ਕ੍ਰਿਟੀਸਾਈਜ਼ ਕਰਨ ਦਾ ਹੱਕ ਨਹੀਂ ਰੱਖਦਾ। ਮੇਰੀ ਬੇਨਤੀ ਹੈ ਜਿਹੜੇ ਸੱਜਣ ਸੁਣਦੇ ਹਨ ਅਤੇ ਜਿਹੜੇ ਸੱਜਣ ਪ੍ਰਚਾਰ ਕਰਦੇ ਹਨ, ਜਿਹੜੇ ਸੱਜਣ ਬੋਲਦੇ ਹਨ, ਉਹਨਾਂ ਦਾ ਫਰਜ਼ ਬਣਦਾ ਹੈ ਕਿ ਅਸੀਂ ਜੁਗੋ ਜੁਗ ਅਟਲ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਦੇ ਹਾਂ ਅਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੁੱਛੀਏ ਨਾ। ਸਾਨੂੰ ਕੋਈ ਬਾਹਰੀ ਭਗਤ ਮਾਲ ਜਾਂ ਕਿੱਥੋਂ ਹੋਰ ਕਹਾਣੀਆਂ ਲੈ ਕੇ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਨੂੰ ਸਮਝਣ ਦੀ ਕੋਈ ਲੋੜ ਨਹੀਂ ਰਹਿ ਜਾਂਦੀ। ਹੁਣ ਟੌਪਿਕ ਕਿਵੇਂ ਲੱਭੀਏ? ਜੇ ਟੌਪਿਕ ਮਿਲ ਜਾਏਗਾ ਤਾਂ ਉਹ ਭੁਲੇਖਾ ਲੱਥ ਜਾਏਗਾ ਕਿ ਕਿਸੇ ਮੁਗਲ ਨੇ ਪਗੜੀ ਬੰਨ੍ਹੀ ਹੋਈ ਸੀ, ਉਹ ਘੋੜੀ 'ਤੇ ਅੱਗੋਂ ਆਇਆ, ਘੋੜੀ ਚੜ੍ਹਨ ਲਈ ਮੰਗੀ ਸੀ, ਘੋੜੀ ਚੁੱਕਣ ਨੂੰ ਮਿਲ ਗਈ। ਇਹ ਸਾਰੀ ਦੀ ਸਾਰੀ ਕਰਾਮਾਤ ਸਾਡੇ ਅੱਜ ਦੇ ਜੀਵਨ ਵਿੱਚ ਸਾਡਾ ਜੀਵਨ ਮਿਆਰ ਉੱਚਾ ਕਰਨ ਵਾਸਤੇ ਡਜ਼ਨਟ ਹੈਲਪ, ਸਾਨੂੰ ਹੈਲਪ ਨਹੀਂ ਕਰਦੀ। ਵੀ ਆਰ ਨਾਟ ਐਲੀਵੇਟਿਡ ਕਿ ਜੇ ਉਸ ਵੇਲੇ ਘੋੜੀ ਆਇਆ ਸੀ ਰੱਬ ਘੋੜੀ ਵਿੱਚ। ਪਰ ਗੁਰੂ ਪਾਤਸ਼ਾਹ ਤੇ ਕਹਿੰਦੇ ਨੇ ਸਤਿਗੁਰੂ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ। ਰੱਬ ਜੀ ਨਾ ਆਉਂਦੇ ਨੇ ਨਾ ਜਾਂਦੇ ਨੇ ਕਿਉਂਕਿ ਹਮੇਸ਼ਾ ਰਹਿੰਦੇ ਨੇ। ਇਹ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿਸ਼ਵਾਸ। ਜਿਹੜੀ ਕਹਾਣੀ ਇਹ ਦੱਸੇ ਉਸ ਵੇਲੇ ਰੱਬ ਆਇਆ ਸੀ, ਉਹ ਕਹਾਣੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਸਵੱਟੀ ਤੇ ਆਪ ਗਲਤ, ਇਨਵੈਲਿਡ ਜਾਂ ਝੂਠ ਹੋ ਜਾਂਦੀ ਹੈ। ਹੁਣ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੁੱਛੀਏ, ਗੁਰੂ ਪਾਤਸ਼ਾਹ ਤੁਸੀਂ ਸਾਨੂੰ ਆਪਣੀ ਮਤ ਅਨੁਸਾਰ ਸਮਝਾਓ ਇਹ ਸ਼ਬਦ ਦੇ ਭਾਵ ਅਰਥ ਕੀ ਹਨ। ਟੌਪਿਕ ਲੱਭਣਾ ਪਏਗਾ। ਟੌਪਿਕ ਜਿੱਥੇ ਗੁਰੂਆਂ ਦੀ ਬਾਣੀ ਤੇਗ ਬਹਾਦਰ ਪਾਤਸ਼ਾਹ ਦੀ ਤਿਲੰਗ ਰਾਗ ਵਿੱਚ ਮੁੱਕੀ ਹੈ ਉੱਥੇ ਸ਼ਬਦ ਹੈ ਹਰ ਜਸ ਰੇ ਮਨਾ ਗਾਏ ਲੈ, ਰੱਬ ਤੇਰੇ ਨਾਲ ਹਮੇਸ਼ਾ ਸੰਗੀ ਹੈ। ਜੇ ਇੱਕ ਖਾਸ ਕਿਸੇ ਦੇਸ਼ ਵਿੱਚ, ਪ੍ਰਦੇਸ਼ ਵਿੱਚ, ਕਿਸੇ ਖਾਸ ਪਿੰਡ ਵਿੱਚ, ਕਿਸੇ ਖਾਸ ਨਗਰੀ 'ਤੇ ਰੂਪ ਵਟਾ ਕੇ ਆਵੇ, ਉਹਦੇ ਕੰਪੈਰੀਜ਼ਨ ਵਿੱਚ ਗੁਰੂ ਪਾਤਸ਼ਾਹ ਕਰ ਰਹੇ ਨੇ ਉਸ ਰੱਬ ਨੂੰ ਯਾਦ ਕਰ ਜੋ ਤੇਰੇ ਨਾਲ ਹਮੇਸ਼ਾ ਹੈ, ਜੋ ਸੰਗੀ ਹੈ ਤੇਰੋ। ਜਾਪ ਸਾਹਿਬ ਵਿੱਚ ਕਹਿੰਦੇ ਨੇ ਸਦਾ ਅੰਗ ਸੰਗ ਹੈ। ਗੁਰੂ ਪਾਤਸ਼ਾਹ ਕਹਿੰਦੇ ਨੇ ਹਾਜ਼ਰ ਹਜ਼ੂਰ ਹੈ। ਗੁਰੂ ਪਾਤਸ਼ਾਹ ਕਹਿੰਦੇ ਨੇ ਜੇ ਧਿਰ ਦੇਖਾ ਤਾਂ ਧਿਰ ਮੌਜੂਦ ਹੈ। ਜੇ ਰੱਬ ਸਭ ਜਗ੍ਹਾ ਮੌਜੂਦ ਹੈ ਉਹਨੂੰ ਯਾਦ ਰੱਖ। ਅਵਸਰ ਬੀਤਿਓ ਜਾਤਾ ਕਇਓ ਮੰਨ ਲੈ ਮੇਰੋ। ਹੁਣ ਉਹਦੇ ਰਹਾਉ ਦੀ ਗੱਲ ਕਰਕੇ ਅੱਗੇ ਗੱਲ ਕਰ ਰਹੇ ਵਿਕਾਰਾਂ ਦੀ। ਸੰਪਤ ਰਥ ਧਨ ਰਾਜ ਸਿਉ ਅਤ ਨੇ ਲਗਾਇਓ, ਕਾਲ ਫਾਸ ਜਬ ਗੱਲ ਪਰੀ ਸਭ ਭਇਓ ਪਰਾਇਓ। ਐ ਮੇਰੇ ਮਨ, ਐ ਇਨਸਾਨ ਪ੍ਰਾਣੀ ਤੂੰ ਸਮਝ। ਕਰਦੇ ਕਰਦੇ ਇੱਕ ਹੋਰ ਟਕੋਰ ਮਾਰਦੇ ਨੇ, ਕਹਿੰਦੇ ਨੇ ਦੇਖ ਸਮਝ, ਤੂੰ ਸਭ ਕੁਝ ਜਾਣਦੇ ਹੋਇਆ ਜਦੋਂ ਗਲਤੀ ਕਰਦਾ ਹੈ। ਪਦੇ ਦੂਜੇ 'ਚ ਜਾਨ ਬੂਝ ਕੇ ਬਾਵਰੇ ਤੈ ਕਾਜ ਵਿਗਾਰਿਓ, ਪਾਪ ਕਰਤ ਸੁਖਚਿਓ ਨਹੀਂ ਨੈ ਗਰਭ ਨਿਵਾਰਿਓ। ਪਤਾ ਲੱਗਾ ਇਹ ਪ੍ਰਕਰਣ ਚੱਲਦਾ ਪਿਆ ਮਨੁੱਖ ਨੂੰ ਕੁਝ ਸਮਝਾਉਣ ਵਾਸਤੇ। ਕੋਈ ਅਚਾਨਕ ਰੱਬ ਘੋੜੀ 'ਤੇ ਆਏਗਾ ਔਰ ਘੋੜੀ ਦੇਗਾ ਉਹਦੇ ਵਾਸਤੇ ਨਹੀਂ।
कोई अचानक रब पगड़ी बन के आएगा तो ਉਹਦੇ ਵਾਸਤੇ नहीं। ਮਨੁੱਖ ਨੂੰ ਜੀਵਨ ਮਿਆਰ ਉੱਚਿਆਂ ਕਰਨ ਵਾਸਤੇ, ਅਤੇ ਜੀਵਨ ਮਿਆਰ ਸਿਰਫ ਸਿੱਖਾਂ ਦਾ नहीं, सारी दुनिया ਦਾ ਉੱਚਿਆਂ ਕਰਨ ਵਾਸਤੇ। ओ दुनिया के लोगों सुनो, ये गुरु ग्रंथ साहब की बानी सिर्फ सिखों के लिए नहीं है, सब के लिए है। इसको ये समझ के पढ़ो कि इसमें हमारा जीवन ऊंचा करने के लिए क्या सिखाया है। प्रकरण का पता लगा, एक लिस्ट चल रही सी गुरु तेग बहादुर पातशाह जी की तिलंग राग दे लड़ीवार, ਤਾਂ ਮਨੁੱਖ ਨੂੰ ਜੀਵਨ ਉੱਚਿਆਂ ਕਰਨ ਵਾਸਤੇ ਇਹਨੂੰ ਵਿਕਾਰਾਂ ਤੋਂ ਕਾਬੂ ਪਾ ਕੇ ਉੱਚੀ ਆਤਮਿਕ ਅਵਸਥਾ ਵਾਸਤੇ ਸਮਝਾ ਰਹੇ ਨੇ। ਉਸ ਤੋਂ ਬਾਅਦ ਆ ਗਿਆ ਭਗਤ ਬਾਣੀ ਤਿਲੰਗ ਰਾਗ ਵਿੱਚ। ਕਬੀਰ ਸਾਹਿਬ ਕਹਿੰਦੇ ਨੇ, बेद कते भी इफ्तरा भाई दिल का फिक्र ना जाए, तू जितने मर्जी किसी भी किस्म दे धार्मिक पाठ कर, लेकिन जे तेरे मन की चिंता फिक्र डर दूर नहीं होया तो सोच। इस करके ਉਹਦੇ ਰਾਉਤ ਸਮਝਾਉਂਦੇ ਨੇ, ਬੰਦੇ खोज दिल हर रोज़ ना फिर परेशानी माए, पर जे तू किसी घोड़ी वाले को दाता मंगण के चक्कर विच रिहा तो तैनूं अपना दिल खोजन का टाइम नहीं मिलना। गुरु पातशाह भगत नामदेव जी की रसना तो सानू समझाते हैं। तिलंग राग दे कबीर साहब के शब्द तो बाद इस टॉपिक उत्थे जाके इत्थे तक समझाते हैं, अल्लाह पाकं पाक है, शक करो जे दूसर होए। मते तो ही सोचे कि साढ़े फलानी जगह सिर्फ रब जी आते हैं, कोई सोचे मते साड़ी फलानी जगह सिर्फ रब जी आते हैं, कोई सोचता सिर्फ साड़ी फलानी जगह भगवान होता है, कोई सोचता नहीं साड़ी फलानी तीरथ ते सिर्फ खुदा या रब होता है। गुरु पातशाह कहते हैं रब सब जगह है। इस झगड़े विच के तुहाडी थां ते रब नहीं है, साडी थां ते खुदा है, या तुहाडी थां ते खुदा नहीं है, साडी थां ते रब है, इस झगड़े तो है मनुख ऊपर उठ। अल्लाह पाकं पाक है, शक करो जे दूसर होए। कबीर करम करीम का ओ करे जाने सोए। करीम बख्शिश, ओ बख्शिश करन वाला रब सानू सच्ची जीवन जाच सिखाउंदा है, सानू पाकं पाक करना चाहता है, क्योंकि वह आप पाक पवित्र है। पाक पवित्र इंसान की आत्मक अवस्था बारे गल चल रही है। इस प्रकरण की लड़ी विच शब्द नूं पढ़िया तो मैं हैरान रह गया कि विकारां दी मैल दूर करन वास्ते, इस मनुख नूं सच समझाण वास्ते नामदेव जी का पहला शब्द उसे लड़ी विच कहंदे मैं अंधले की टेक। इस शब्द के थल्ले 2 लिखे ना 4 तो बाद। दूजा शब्द नामदेव जी का है, खुशखबरी वाला है। पहला शब्द नामदेव जी का, मैं अंधले की टेक तेरा नाम खुंदकारा। मतलब की होया, कोई रब जी के नाम की गल नहीं चल रही। कह रहे मैं अन्ना वां, मैनू टुरना नहीं आंदा, तेरा नाम मतलब तेरा नाम खुंदकारा। खुंदकारा कहते सोटी टेक लगा के जिस तरह बुढ़े चलते हैं ना, ढहना पईए। तेरा सच का ज्ञान मेरे जीवन वास्ते खुंदकारा है। शब्द गुरु सुरत तुन चेला वो मेरा खुंदकारा है, मेरे जीवन नू टोरन दी सोटी है। मैं अंदले की टेक तेरा नाम खुंदकारा। हुण उहदे विच होर मैसेज रीइनफोर्स सीमेंटिड करते हैं जदों कहते हैं हाजरा हजूर दरपेश तू मनी। अते उसी नू गल करते करते कहते हैं दिगर को नहीं तेरे बिना होर कोई रब है, तू रब सब जगह है, अज ही है, हुणे ही है, इत्थे भी है। फिर तो आपे भुलेखा लत गया ना भी अचानक कोई रब कोड़ी ते किसी दिन आंदा है, जदों अज ही है। ये जग सच्चे की कोठड़ी सच्चे का विश्वास है। जे सच्चे का विश्वास है तो आज हुणे इत्थे मौजूद है। ताई फरीद साहब कहते ना आज मिलावा शेख फरीद, अज ही रब नाल मेल मिलाप हो सकता है। रब जी नूं कित्थे लभण नहीं जाना पैंदा। रब जी दे 72 वार दर्शन होए नामदेव नूं। ऐसियां गल्लां गुरमत नहीं दसदी, क्योंकि जिहड़ा मनुख जुड़िया होई है उहनूं 72 तो इलावा जे दर्शन नहीं होए तो मनुख उस वेले मनमुख हो गया। नहीं, रब जी दे नाल हर वेले जुड़न दी अवस्था दा लिखायक प्रतीक की है, गुरु दी मत दे अनुसार हर वेले जीना, विकारां नूं काबू करके कौंकर करके उस अनुसार जीना। हुण इस उच्ची अवस्था वाले मनुख दी गुरसिखा मन वधाइयां वाले दी, जिन मेरा सतगुर डिठा वाले दे खेड़े विस्माद वाले एक मिकता वाली अवस्था दे शब्द दी विचार सानू नामदेव जी समझाते हैं। की कहते हैं रहाऊ हल्ले यारां खुशखबरी। हल्ले यारां कहते हैं ऐ मेरे मित्रो, तर्ज भी पुरातन रीत उत्ते अते मालकोस दे नाल बना के उसनूं मार्शल ढंग नाल गाण दा यतन कीता है। खुशखबरी खेड़ा आवे, मनुख चढ़दियां कलां च खड़ा होवे, ढहंदियां कलां तो उठे हर इंसान। कहंदे हल्ले यारां
ਖੁਸ਼ਖਬਰੀ। ਯਾਰਾਂ, ਮੀਤ, ਸਖੀਓ, ਸਹੇਲੀਓ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਪਣੇ ਇਹਨਾਂ ਇੰਦਰਾਂ ਗਿਆਨ ਇੰਦਰੀਆਂ ਨੂੰ ਵੀ ਕਹਿੰਦੇ ਨੇ। ਆਪਣੇ ਸਰੀਰ ਦੇ ਹਰ ਅੰਗ ਨਾਲ ਗੱਲ ਕਰਕੇ ਨਾਮਦੇਵ ਜੀ ਵਿਸਮਾਦ ਵਿੱਚ ਕਹਿ ਰਹੇ ਨੇ, ਓਏ ਸੁਣੋ, ਹੱਲੇ ਆ ਰਹਾ ਖੁਸ਼ਖਬਰੀ, ਖੁਸ਼ੀ ਦੀ ਖਬਰ ਸੁਣੋ। ਮੈਂ ਸੋਚ ਰਿਹਾ ਸੀ ਖੁਸ਼ਖਬਰੀ ਕਿਉਂ ਕਿਹਾ, ਖੁਸ਼ਖਬਰੀ ਕੀ ਹੁੰਦੀ ਹੈ ਤੇ ਖਬਰੀ ਕੀ ਹੁੰਦੀ ਹੈ। ਜੇ ਖਬਰੀ ਲੱਭ ਜਾਏਗਾ ਤਾਂ ਖੁਸ਼ਖਬਰੀ ਦੇ ਮੈਨੇ ਸਮਝ ਆ ਜਾਣਗੇ। ਖਬਰੀ ਲੱਭੀ ਹੈ ਕਿ ਖਬਰੀ ਦਾ ਮੈਨਾ ਹੁੰਦਾ ਹੈ ਉਹ ਸੁਨੇਹਾ, ਉਹ ਮੈਸੇਜ, ਉਹ ਗੱਲ, ਉਹ ਜੋ ਹੋਕਾ ਦੇ ਕੇ ਹੁਕਰਾ ਦੇਣ ਵਾਲਾ ਕਹਿੰਦਾ ਨਾ, ਸੁਣੋ ਖੁਸ਼ਖਬਰੀ ਸੁਣੋ। ਕਹਿੰਦੇ ਖੁਸ਼ੀ ਦੇਣ ਵਾਲੀ, ਕਲੇਜੇ ਨੂੰ ਠੰਡ ਪਾਉਣ ਵਾਲੀ। ਜਦੋਂ ਮਾਂ ਨੂੰ ਸੁਨੇਹਾ ਮਿਲਦਾ ਨਾ, ਦੇਖੋ ਤੁਹਾਡਾ ਮੁੰਡਾ ਪਰਦੇਸ ਗਿਆ ਸੀ, ਆ ਰਿਹਾ, ਕਲੇਜੇ ਨੂੰ ਠੰਡ ਪੈ ਗਈ। ਵਿਛੋੜਾ ਸੀ, ਠੰਡ ਪੈ ਗਈ। ਖਬਰ ਮਿਲੀ, ਖੁਸ਼ਖਬਰੀ। ਤੇ ਜੇ ਮਾੜੀ ਖਬਰ ਮਿਲੇ, ਬੰਦਾ ਉਦਾਸ ਹੋ ਜਾਂਦਾ, ਮਾੜੀ ਖਬਰੀ। ਖੁਸ਼ਖਬਰੀ, ਠੰਡ ਪਾਉਣ ਵਾਲੀ ਖਬਰ। ਪਰ ਖਬਰੀ ਕੀ ਹੋਇਆ ਫਿਰ? ਗੁਰੂ ਪਾਤਸ਼ਾਹ ਕਹਿੰਦੇ ਨੇ, ਰਾਖ ਲਿਓ ਹਮ ਤੇ ਬਿਗੜੀ, ਸਾਡੀ ਵਿਗੜ ਗਈ ਹੈ, ਸਾਡੇ ਇਸ ਤਨ ਉੱਤੇ ਵਿਗੜ ਗਈ ਹੈ। ਕਾਰਨ ਕੀ ਹੈ? ਸ਼ੀਲ ਧਰਮ ਜਪ ਭਗਤ ਨਾ ਕੀਨੀ। ਮੈਂ ਸੱਚ ਤੇ ਸਮਝਿਆ ਨਹੀਂ, ਨਾ ਮੇਰੇ 'ਚ ਨਾ ਧਰਮ ਹੈ, ਨਾ ਜਪ ਹੈ, ਨਾ ਤਪ ਹੈ, ਭਾਵ ਸੱਚ ਦਾ ਜੀਵਨ ਨਹੀਂ ਹੈ ਮੇਰੇ ਕੋਲ। ਤਾਂ ਕੀ ਹੋਇਆ? ਹਉ ਅਭਿਮਾਨ ਟੇਢ ਪਗਰੀ। ਪਗਰੀ ਹੁੰਦਾ ਪੱਗ, ਡੰਡਾ, ਰਸਤਾ, ਪਗਡੰਡੀ। ਇੱਥੇ ਪਗਰੀ ਇਸ ਦਸਤਾਰ ਦੀ ਗੱਲ ਨਹੀਂ ਚੱਲ ਰਹੀ। ਨਾਮਦੇਵ ਜੀ ਦਾ ਸ਼ਬਦ ਲੜੀਵਾਰ ਸਮਝਾ ਰਹੇ ਨੇ ਸੱਚ ਦੇ ਮਾਰਗ ਤੇ ਟੁਰਨ ਦੀ ਗੱਲ। ਇਹ ਦਸਤਾਰ ਤੇ ਅਸੀਂ ਆਪਣੇ ਮਾਣ ਨਾਲ ਬੰਨ੍ਹਦੇ ਹੀ ਹਾਂ ਕਿ ਸਿੱਖ ਦੇ ਸਿਰ ਦਾ ਕਰਾਊਨ ਹੈ। ਪਰ ਇਸ ਸ਼ਬਦ ਵਿੱਚ ਕਹਿੰਦੇ ਨੇ, ਇਸੇ ਸ਼ਬਦ ਵਿੱਚ ਰਾਖ ਲਿਓ ਹਮ ਤੇ ਬਿਗੜੀ ਜਾਏ, ਕਹਿੰਦੇ ਨੇ ਸੰਦਕ ਤੋਏ ਸਾਧ ਨਹੀਂ ਕਹੀਓ, ਮਤ ਘਾਲੋ ਜਮ ਕੀ ਖਬਰੀ। ਖਬਰੀ ਦਾ ਮੈਨਾ ਪਤਾ ਲੱਗਾ, ਮਨੂੰ ਜਮ ਦੀ ਨਿਗਰਾਨੀ ਨਾ ਭੇਜਣਾ, ਜਮ ਨੂੰ ਇਤਲਾਹ ਨਾ ਕਰ ਦੇਣਾ ਕਿ ਮੈਂ ਇੱਥੇ ਆਇਆ ਹੋਇਆ। ਭਾਵ ਨਿਕਲਿਆ ਗੁਰਮਤੀ 'ਚ ਜਮ ਕਿਹਨੂੰ ਕਹਿੰਦੇ ਨੇ? ਇਸ ਦੇਹੀ ਮੇ ਪੰਜ ਚੋਰ ਵਸੈ, ਕਾਮ ਕ੍ਰੋਧ ਲੋਭ ਮੋਹ ਹੰਕਾਰ। ਇਹ ਜਮ ਕੀ ਸਰਕਾਰ ਹੈ, ਇਹਨਾਂ ਉੱਪਰ ਜਮ ਕਾ ਡੰਡ ਕਰਾਰਾ। ਪਤਾ ਲੱਗਾ ਇਸ ਸਰੀਰ ਅੰਦਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਵਰਗੇ ਜਮ ਵਸਦੇ ਨੇ। ਇਹ ਜਮਾਂ ਦੀ ਸਰਕਾਰ ਨੇ। ਅੰਮ੍ਰਿਤ ਲੂਟੈ ਮਨ ਮੁਖ ਨਹੀਂ ਬੂਝੈ, ਕੋਈ ਨਾ ਸੁਣੇ ਪੁਕਾਰਾ। ਪਤਾ ਲੱਗਾ ਇਹ ਜਮ ਨੇ। ਇਹ ਜਮ ਦੀ ਖਬਰੀ ਮੈਨੂੰ ਨਾ ਪਾਣਾ, ਮੈਨੂੰ ਵਿਕਾਰਾਂ ਦੇ ਵਸ ਨਾ ਪਾਣਾ, ਮੈਨੂੰ ਮਾੜੇ ਰਸਤੇ ਨਾ ਪਾਣਾ। ਮਤ ਘਾਲੋ ਜਮ ਕੀ ਖਬਰੀ। ਪਤਾ ਲੱਗਾ ਖੁਸ਼ਖਬਰੀ। ਫਿਰ ਕੀ ਹੋਇਆ? ਉਹ ਖਬਰ, ਉਹ ਸੁਨਿਆ ਜਿਹਦੀ ਨਿਗਹਿਬਾਨੀ ਹੇਠ ਮੈਨੂੰ ਮੇਰਾ ਤਪਦਾ ਸੜਦਾ ਹਿਰਦਾ ਠੰਡਾ ਹੋ ਜਾਏ। ਤਪਤ ਕੜਾਹਾ ਬੁਝ ਗਿਆ, ਗੁਰ ਸ਼ੀਤਲ ਨਾਮ ਦਿਓ। ਗੁਰੂ ਨੇ ਮੈਨੂੰ ਸੱਚ ਸਮਝਾਇਆ ਨਾ, ਤਾਂ ਮੇਰਾ ਤਪਦਾ ਸੜਦਾ ਵਿਕਾਰਾਂ ਦੇ ਨਾਲ ਵਾਲਾ ਜੀਵਨ ਦਾ ਕੜਾਇਆ ਬੁਝ ਗਿਆ। ਸਮਝ ਆਇਆ ਕਿ ਜੇ ਅੰਦਰ ਅੱਗ ਬਲਦੀ ਹੈ ਤਾਂ ਤਨ ਮਨ ਸਾੜਦੀ ਹੈ, ਉਹ ਜਮ ਕੀ ਖਬਰੀ ਹੈ। ਪਰ ਜੇ ਅੰਦਰ ਸੱਚ ਦੇ ਗਿਆਨ ਦੇ ਨਾਲ ਠੰਡਕ ਪਹੁੰਚ ਜਾਏ, ਸ਼ੀਤਲਤਾ ਮਿਲ ਜਾਏ, ਤਪਤ ਕੜਾ ਬੁਝ ਜਾਏ, ਇਹਨੂੰ ਖੁਸ਼ਖਬਰੀ ਕਹਿੰਦੇ ਨੇ। ਹੁਣ ਰਹਾਓ ਤੋਂ ਸਾਨੂੰ ਅੱਗੇ ਟੁਰਨ ਦਾ ਰਸਤਾ ਮਿਲ ਗਿਆ ਕਿ ਸੱਚ ਦੇ ਗਿਆਨ ਦੀ ਖਬਰ ਮਿਲ ਗਈ ਹੈ, ਇਤਲਾਹ ਮਿਲ ਗਈ ਹੈ, ਜਿਹਦੇ ਨਾਲ ਮੈਂ ਸਾਵਧਾਨਤਾ ਮੈਨੂੰ ਪ੍ਰਾਪਤ ਹੋ ਗਈ ਹੈ, ਜਿਸ ਦੇ ਨਾਲ ਉਹ ਸੂਝ ਬੂਝ ਵਾਲੀ ਸ਼ੁੱਧ ਸ਼ੀਤਲਤਾ ਦੇਣ ਵਾਲਾ ਗਿਆਨ ਮੈਨੂੰ ਮਿਲ ਗਿਆ, ਜਿਸ ਦੀ ਨਾਲ ਮੈਂ ਆਪਣੇ ਘਰ ਨੂੰ ਸਵਾਰ ਸਕਦਾ। ਗੁਰੂ ਪਾਤਸ਼ਾਹ ਕਹਿੰਦੇ ਨੇ, ਸੋਏ ਸੁਲੰਦੜੀ ਮੇਰਾ ਤਨ ਮਨ ਮੌਲਾ, ਨਾਮ ਜਪੰਦੜੀ ਲਾਲੀ ਮੇਰਾ ਤਨ ਮਨ ਮੌਲ ਗਿਆ। ਜਦੋਂ ਤੱਕ ਜ਼ਖਮ ਮੌਲੇ ਨਾ ਠੀਕ ਨਹੀਂ ਹੁੰਦਾ, ਮੇਰਾ ਤਨ ਮਨ ਸੜਦਾ ਰਹਿੰਦਾ ਸੀ, ਜਮ ਕੀ ਖਬਰੀ ਦੇ ਵਸ ਸੀ। ਹੁਣ ਮੈਨੂੰ ਖੁਸ਼ਖਬਰੀ ਪ੍ਰਾਪਤ ਹੋ ਗਈ। ਮੇਰੇ ਇੱਕ ਇੱਕ ਘਰ ਦੇ ਯਾਰੋ, ਮੇਰੀ ਇੱਕ ਇੱਕ ਗਿਆਨ ਇੰਦਰੇ ਸਾਰੇ ਸੁਣੋ, ਘਰ ਘਰ ਇਹੋ ਪਹੁੰਚਾ, ਸੱਦੜੇ ਨਿਤ ਪਵਨ। ਰੋਜ਼ ਸੁਨੇਹਾ ਮਿਲ ਰਿਹਾ ਗੁਰੂ ਦੇ ਗਿਆਨ ਦਾ, ਇਹਨਾਂ ਸਭ ਨੂੰ ਦੇ ਲੈ, ਆਪਣੇ ਵਿਕਾਰਾਂ ਨੂੰ, ਆਪਣੀ ਮਤ ਨੂੰ ਦੇ ਲੈ, ਮਤ ਟਿਕਾਣੇ ਆ ਜਾਏਗੀ, ਸਾਰੇ ਵਿਕਾਰ ਫਿਕਸ ਹੋ ਜਾਣਗੇ।
ਤੈਨੂੰ ਸਰੀਰ ਨਾਲ ਨਫ਼ਰਤ ਨਹੀਂ ਕਰਨੀ ਪਏਗੀ, ਤੈਨੂੰ ਕਾਮ ਕ੍ਰੋਧ ਲੋਭ ਅਹੰਕਾਰ ਨਾਲ ਨਫ਼ਰਤ ਨਹੀਂ ਕਰਨੀ ਪਏਗੀ, ਤੈਨੂੰ ਇਸਤਰੀ ਮਰਦ ਨਾਲ ਨਫ਼ਰਤ ਨਹੀਂ ਕਰਨੀ ਪਏਗੀ, ਕਿਉਂਕਿ ਤੇਰਾ ਸਾਰਾ ਸਰੀਰ ਗੁਰੂ ਦੀ ਮੱਤ ਅਨੁਸਾਰ ਟਿਊਨਡ ਹੋ ਜਾਏਗਾ, ਸਵਾਰਿਆ ਜਾਏਗਾ, ਸ਼ਿੰਗਾਰਿਆ ਜਾਏਗਾ। ਹੁਣ ਗੁਰੂ ਪਾਤਸ਼ਾਹ ਸਾਨੂੰ ਇਹ ਸਮਝਾ ਕੇ ਕਹਿੰਦੇ ਨੇ, ਐਸੇ ਗਿਆਨ ਤੋਂ ਬਲ ਬਲ ਜਾਉ ਮੈਂ ਵਾਰਨੇ ਜਾਂਦਾ। ਖੁਸ਼ੀ ਦੀ ਖਬਰ ਦਿੰਦਾ, ਸੱਚ ਦੀ ਇਤਲਾਹ ਦਿੰਦਾ, ਮੈਨੂੰ ਸੂਝ ਬੂਝ ਦਿੰਦਾ, ਜਿਹਦੇ ਨਾਲ ਮੈਂ ਸਾਵਧਾਨ ਰਹਿੰਦਾ, ਜਿਹਦੇ ਨਾਲ ਮੈਂ ਕਿੱਥੇ ਝੂਠ ਤੇ ਡਿੱਗਦਾ ਨਹੀਂ ਹਾਂ, ਮੈਂ ਆਪਣੇ ਦੀਨ ਈਮਾਨ ਤੋਂ ਡਿੱਗਦਾ ਨਹੀਂ ਹਾਂ, ਟਿਕਾਣੇ ਰਹਿੰਦੀ ਹੈ ਮੇਰੀ ਬੁੱਧੀ। ਜਦੋਂ ਇਹ ਗੱਲ ਸਮਝ ਆ ਜਾਂਦੀ ਹੈ ਤਾਂ ਉਸ ਅਵਸਥਾ ਵਾਲੇ ਬਾਰੇ ਨਾਮਦੇਵ ਜੀ ਕਹਿੰਦੇ ਨੇ, ਐਸੇ ਗਿਆਨ ਤੋਂ, ਐਸੀ ਸ਼ੀਤਲਤਾ ਵਾਲੀ ਖੁਸ਼ਖਬਰੀ ਤੋਂ ਮੈਂ ਵਾਰਨੇ ਜਾਨਾ। ਅੱਗੇ ਕਹਿੰਦੇ ਨੇ, ਨੀਕੀ ਤੇਰੀ ਬਿਗਾਰੀ ਆਲੇ ਤੇਰਾ ਨਾਉ। ਮੈਂ ਇਸ ਨੂੰ ਜਾਣ ਕੇ ਇਸ ਤਰ੍ਹਾਂ ਉਚਾਰਨ ਕੀਤਾ ਕਿਉਂਕਿ ਜਦੋਂ ਪਦ ਛੇਦ ਦੀ ਬੀੜ ਅਸੀਂ ਪੜ੍ਹਦੇ ਹਾਂ ਤਾਂ ਕਈ ਲਫ਼ਜ਼ ਇੱਧਰੋਂ ਉੱਧਰ ਹੋ ਜਾਂਦੇ ਨੇ ਤਾਂ ਸਾਨੂੰ ਭੁਲੇਖਾ ਪੈ ਜਾਂਦਾ ਹੈ। ਫੋਰ ਐਗਜ਼ਾਮਪਲ, ਜਿੱਥੇ ਬੈਠਾ ਮਿਰਤਕੋ, ਇਹ ਤਾਂ ਉਸ ਦਾ ਸ਼ੁੱਧ ਉਚਾਰਨ ਹੋ ਜਾਏਗਾ, ਪਰ ਜੁੜੇ ਹੋਣ ਨਾ ਅੱਖਰ, ਅਸੀਂ ਉਸ ਦਾ ਉਚਾਰਨ ਕਰੀਏ, ਜਿੱਥੇ ਬੈਠਾ ਮਿਰਤ ਕੋਇਲ ਬੈਠੀ ਆਏ। ਤਾਂ ਕੋਇਲ ਤੇ ਅੰਬਾਂ ਤੇ ਬਹਿੰਦੀ ਹੈ, ਡੈਡ ਬੋਡੀ ਤੇ ਬੈਠਦੀ ਨਹੀਂ ਹੈ। ਫਿਰ ਸੋਚਣਾ ਪਏਗਾ ਗੁਰੂ ਪਾਤਸ਼ਾਹ ਕੀ ਕਹਿ ਰਹੇ ਨੇ, ਪਦ ਛੇਦ ਕਰਨਾ ਪਏਗਾ, ਸਮਝਣਾ ਪਏਗਾ ਕਿ ਵਿਸ਼ਰਾਮ ਕਿੱਥੇ ਦਿਆਂ ਤੇ ਅੱਖਰ ਕਿੱਥੇ ਜੋੜਾਂ। ਪਤਾ ਲੱਗਾ ਮਿਰਤ ਦੇ ਬਦਲੇ ਕੋਇਲ ਦਾ ਕੱਕਾ ਇੱਥੇ ਲੈ ਕੇ ਆਣ। ਹੁਣ ਗੁਰੂ ਪਾਤਸ਼ਾਹ ਕਹਿੰਦੇ ਨੇ, ਜਿੱਥੇ ਬੈਠਾ ਮਿਰਤ ਕੋ, ਜਹਾਂ ਪਰ ਦੇਖਾ ਡੈਡ ਬॉडी ਪੜਾ ਹੈ, ਜਿੱਥੇ ਬੈਠਾ ਮਿਰਤ ਕੋ ਇਲ ਬੈਠੀ ਆਏ, ਉੱਥੇ ਆ ਕੇ ਇਲ ਕਾਂ ਆ ਕੇ ਬਹਿੰਦੇ ਨੇ। ਅਰਥ ਬਦਲ ਗਏ, ਕਿੱਥੇ ਕੋਇਲ ਤੇ ਕਿੱਥੇ ਇਲ। ਇੱਦਾਂ ਹੀ ਇਸ ਸ਼ਬਦ ਦਾ ਉਚਾਰਨ ਜਦੋਂ ਅਸੀਂ ਇੰਝ ਕਰਾਂਗੇ, ਨੀਕੀ ਤੇਰੀ ਬਿਗਾਰੀਆਂ, ਐੜੇ ਨੂੰ ਕੰਨਾ ਬਿੰਦੀ ਲਾਵਾਂਗੇ ਤਾਂ ਅੱਗੇ ਲੇ ਦਾ ਆਲੇ ਦੇ ਬਦਲੇ ਲੇ ਕਰਕੇ ਲੇ ਦੇ ਲਾਂ ਨੂੰ ਇੱਕ ਬਿੰਦੀ ਲਾਵਾਂਗੇ। ਮੈਂ ਤੁਹਾਡੇ ਤੇ ਅਰਥ ਬਦਲਣ ਵਾਸਤੇ ਨਹੀਂ ਸੁਣਾ ਰਿਹਾ ਕਿ ਹੁਕਮ ਮੈਂ ਤੁਹਾਨੂੰ ਮੰਨਣਾ ਪਏਗਾ, ਮੈਂ ਇਸ ਤਰ੍ਹਾਂ ਨਹੀਂ ਕਰ ਰਿਹਾ। ਮੈਂ ਤੁਹਾਡੇ ਅੱਗੇ ਬੇਨਤੀ ਕਰ ਰਿਹਾ, ਘਰ ਜਾ ਕੇ ਬਾਣੀ ਨੂੰ ਖੋਜ ਕੇ ਪੜ੍ਹਨਾ, ਭਾਈ ਕਾਹਨ ਸਿੰਘ ਨਾਭਾ ਜੀ ਦਾ ਮਹਾਨ ਕੋਸ਼ ਪੜ੍ਹਨਾ, ਉਹਦੇ ਤੋਂ ਲੱਭਣਾ ਕਿ ਬਿਗਾਰ ਕੀ ਹੁੰਦਾ ਹੈ, ਬਿਗਾਰੀਆਂ ਕੀ ਹੁੰਦਾ ਹੈ। ਫਿਰ ਉੱਥੋਂ ਪਤਾ ਲੱਗੇਗਾ ਵੀ ਇਹ ਕੀ ਗੱਲ ਹੈ। ਪਹਿਲੀ ਗੱਲ, ਨੀਕੀ ਨੂੰ ਸਮਝ ਲਈਏ। ਨੀਕੀ ਲਫ਼ਜ਼ ਆਇਆ ਕਿੱਥੋਂ? ਨੀਕਾ ਜਾਂ ਨੀਕੀ ਅਸੀਂ ਗੁਰੂ ਗ੍ਰੰਥ ਸਾਹਿਬ ਵਿੱਚ ਪੜ੍ਹਦੇ ਹਾਂ, ਹਰ ਜਸ ਗੁਰ ਤੇ ਮੰਗਣਾ, ਮੰਗਣਾ ਮੰਗਣ ਨੀਕਾ, ਤਿਆਗਣਾ ਤਿਆਗਨ ਨੀਕਾ, ਚੰਗਾ। ਨੀਕੀ ਚੰਗੀ, ਸੋਹਣੀ, ਉੱਚਤਮ, ਵਧੀਆ। ਪਰ ਨੀਕੀ ਲਫ਼ਜ਼ ਬਣਿਆ ਕਿੱਥੋਂ? ਜਿੱਥੇ ਨੀਕੀ ਲਫ਼ਜ਼ ਘੜਿਆ ਗਿਆ ਉੱਥੇ ਮੀਨਿੰਗ ਸੀ ਕਿ ਸੁਰ ਤਾਲ ਦੀ ਲੈ ਤੇ ਨੱਚਣ ਵਾਲੀ ਨਾਇਕਾ, ਡਾਂਸਰ, ਜੋ ਪੂਰੇ ਆਪਣੇ ਮਿਊਜ਼ਿਕ ਦੇ ਤਾਲ ਤੇ ਢੰਗ ਦੇ ਨਾਲ ਨੱਚਦੀ ਹੈ, ਪੂਰੇ ਉਹਨੂੰ ਉਹਦੇ ਬਾਰੇ ਸਮਝ ਹੈ, ਉਸ ਅਨੁਸਾਰ ਨੱਚਦੀ ਹੈ, ਜ਼ਰਾ ਵੀ ਸੁਰ ਤਾਲ ਤੋਂ ਥਿੜਕਦੀ ਨਹੀਂ। ਜੇ ਥਿੜਕਦਾ ਨਹੀਂ ਤੇ ਨਾਇਕ ਹੋ ਗਿਆ। ਉੱਥੇ ਨੀਕੀ ਹੈ, ਉੱਥੇ ਨੀਕਾ ਹੈ। ਜਿਹੜਾ ਮਨੁੱਖ ਸੁਰ ਤਾਲ ਤੇ ਨੱਚਦਾ ਹੈ ਉਹਨੂੰ ਉੱਥੇ ਦੀ ਬੋਲੀ ਦੇ ਪ੍ਰਦੇਸ਼ ਵਿੱਚ ਕਹਿੰਦੇ ਨੇ ਨੀਕਾ ਨਾਚਦਾ ਹੈ, ਨੀਕਾ ਨਾਇਕ ਹੈ। ਨੀਕੀ, ਨੀਕੀ ਨੱਚਣ ਵਾਲੀ ਹੈ, ਕਿਉਂ? ਸੁਰਤਾਲ ਤੇ ਪੂਰੀ ਨੱਚਦੀ ਹੈ। ਗੁਰੂ ਪਾਤਸ਼ਾਹ ਕਹਿੰਦੇ ਨੇ, ਹਰ ਜਸ ਰੇ ਮਨਾ ਗਾਇਲ ਹੈ, ਐ ਮੇਰੇ ਮਨ, ਤੂੰ ਰੱਬ ਜੀ ਦੇ ਗੁਣਾਂ ਦੀ ਤਾਲ ਤੇ ਨੱਚ ਤੇ ਤੂੰ ਨੀਕੀ ਔਰ ਨੀਕਾ ਵਾਲਾ ਮਨ ਦੀ ਅਵਸਥਾ ਦਾ ਜੀਵਨ ਪ੍ਰਾਪਤ ਕਰ ਸਕਦਾ ਹੈ। ਨੀਕੀ ਇੱਥੇ ਸ਼ਬਦ ਦੇ ਵਿੱਚ ਕਹਿੰਦੇ ਨੇ ਤੇਰੀ ਬਿਗਾਰੀਆਂ। ਅਸੀਂ ਬਾਣੀ ਵਿੱਚ ਪੜ੍ਹਦੇ ਹਾਂ ਤਾਂ ਬਾਣੀ ਵਿੱਚ ਸਿਖਾਇਆ, ਹਾਥ ਪਾਮ ਕਰ ਕਾਮ ਸਭ, ਚੀਤ ਨਿਰੰਜਨ ਨਾਲ। ਸਭ, ਸਭ ਮੀਨ ਸਾਰੇ, ਹਰ ਦੁਨੀਆ ਦਾ ਕੰਮ ਕਰ, ਗ੍ਰਸਤੀ ਹੈ ਕੰਮ ਕਾਜ ਕਰ, ਕਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੇ ਸੇ। ਪਰ ਜਿਹੜਾ ਗ੍ਰਸਤੀ ਨਹੀਂ ਨਾ ਹੋਏਗਾ ਪ੍ਰਚਾਰਕ, ਜਿਹੜਾ ਸੌ ਕੱਢ ਸੰਤ ਜੀ, ਬ੍ਰਹਮ ਗਿਆਨੀ ਜੀ, ਮਹਾਤਮਾ ਜੀ ਬਣਿਆ ਹੋਏਗਾ, ਜਿਹਨੇ ਵਿਆਹ ਨਹੀਂ ਕਰਾਇਆ, ਕਿਸੇ ਡੇਰੇ ਤੇ ਰਹਿੰਦਾ, ਉਹਦੇ ਵੋਟੀ ਬੱਚੇ ਨਹੀਂ ਨੇ, ਉਹਨੂੰ ਕੰਮ ਕਾਜ ਕਰਨਾ ਨਹੀਂ ਪੈਂਦਾ, ਬੀਬੀਆਂ ਮੱਥਾ ਟੇਕ ਜਾਂਦੀਆਂ, ਦੁਨੀਆ ਲੱਖਾਂ ਰੁਪਏ ਮੱਥਾ ਟੇਕ ਜਾਂਦੀ ਹੈ। ਉਹਨੂੰ ਨਹੀਂ ਪਤਾ ਕਿ ਮਿਹਨਤ ਕਰਕੇ ਘਾਲ ਕਮਾ ਕੇ ਕਿਸ ਤਰ੍ਹਾਂ ਟੱਬਰ ਨੂੰ ਪਾਲ ਕੇ ਫਿਰ ਵੰਡ ਛਕੀਦਾ ਹੈ। ਘਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੇ ਸੇ। ਪਰ ਉਹ ਸਾਨੂੰ ਕਹਿ ਜਾਂਦਾ, ਤੁਸੀਂ ਸਾਰੇ ਕੰਮ ਛੱਡ ਦਿਓ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਤੁਸੀਂ ਸਾਰੇ ਪਾਪੀ ਹੋ, ਦਿਨੇ ਰਾਤੀ ਕੰਮ ਕਰਦੇ ਰਹਿੰਦੇ ਹੋ, ਮਾਇਆ 'ਚ ਖਚਤ ਰਹਿੰਦੇ ਹੋ, ਨਾਮ ਕੀ ਬੇਲਾ ਪੈ ਪੈ ਸੋਇਆ,
ਬੁਰੇ ਕੰਮ ਕੋ ਊਠ ਖਲੋਇਆ, ਸਾਨੂੰ ਕਹਿ ਜਾਂਦਾ, ਅਸੀਂ ਸੋਚਦੇ ਹਾਂ ਮੈਂ ਤੇ ਕੰਮ ਕਾਜ ਛੱਡ ਨਹੀਂ ਸਕਦਾ, ਵੋਟੀ ਬੱਚੇ ਪਾਲਣੇ ਨੇ, ਮਕਾਨ ਦਾ ਕਿਰਾਇਆ ਦੇਣਾ, ਹੋਰ ਅਨੇਕਾਂ ਖਰਚੇ ਨੇ, ਤਾਂ ਅਸੀਂ ਸੋਚਦੇ ਹਾਂ ਇਹ ਪਹੁੰਚੇ ਹੋਏ ਨੇ, ਅਸੀਂ ਤੇ ਪਾਪੀਆਂ। ਉਹ ਨੰਬਰ ਲੈ ਕੇ ਇੱਕ ਸ੍ਰੀਮਾਨ 108 ਬਣ ਜਾਂਦੇ ਨੇ। ਸਾਨੂੰ ਤੇ ਗ੍ਰਸਥੀ ਸਿਖਾਈ ਹੈ, ਹੱਥ ਨਾਲ ਪੈਰ ਨਾਲ ਸਾਰੀ ਦੁਨੀਆ ਦੇ ਕੰਮ ਕਾਜ ਸਿਖਾਏ ਨੇ। ਕਿਰਤ ਕੋਈ ਵੀ ਮਾੜੀ ਨਹੀਂ, ਬਸ਼ਰਤੇ ਕਿ ਉਹ ਕਿਰਤ ਮਿਹਨਤ ਦੀ ਹੋਵੇ, ਲਾਈਵਲੀਹੁੱਡ ਵਿਦ ਰਾਈਟ ਮੀਨਸ, ਓਨੈਸਟ ਮੀਨਸ ਦੇ ਨਾਲ ਕਮਾਇਆ ਹੋਇਆ। ਹੁਣ ਗੁਰੂ ਪਾਤਸ਼ਾਹ ਕਹਿੰਦੇ ਨੇ ਹਾਥ ਪਾਮ ਕਰ ਕਾਮ ਸਭ, ਜਿਸ ਤਰ੍ਹਾਂ ਕਹਿੰਦੇ ਨਾ ਹੱਥ ਕਾਰ ਵੱਲ ਮਨ ਯਾਰ ਵੱਲ, ਅੰਦਰੋਂ ਤੂੰ ਰੱਬ ਨਾਲ ਜੁੜਿਆ ਰਹਿ। ਜੇ ਰੱਬ ਨਾਲ ਜੁੜਿਆ ਰਹੇਗਾ, ਇਫ ਯੂ ਕੰਸੀਡਰ ਹੀ ਇਜ਼ ਓਮਨੀ ਪ੍ਰੈਜ਼ੈਂਟ, ਉਹ ਹਾਜ਼ਰ ਹਜ਼ੂਰ ਸਮਝੇਗਾ, ਤੇਰੇ ਕੋਲ ਮਾੜਾ ਕੰਮ ਹੋ ਨਹੀਂ ਸਕੇਗਾ। ਤੂੰ ਦੁਕਾਨ ਤੇ ਵੀ ਬੈਠਾ ਹੋਏਗਾ, ਉੱਥੇ ਦੁਕਾਨ ਤੇ ਬੈਠਿਆਂ ਤੂੰ ਸੱਚ ਕਰ ਰਿਹਾ ਹੋਏਗਾ ਨਾ, ਰੱਬ ਉੱਥੇ ਬੈਠਾ ਹੈ, ਗੁਰੂ ਨਾਨਕ ਪਾਤਸ਼ਾਹ ਬੈਠੇ ਨੇ, ਗੁਰੂ ਬੈਠਾ ਹੈ, ਭਗਵਾਨ ਆਪ ਮੌਜੂਦ ਹੈ। ਕਿਉਂ? ਕਿਉਂਕਿ ਉਹ ਗੁਰਦੁਆਰਾ ਬਣ ਗਿਆ। ਪਰ ਜੇ ਤੂੰ ਗੁਰਦੁਆਰੇ ਵਿੱਚ ਵੀ ਬੈਠ ਕੇ ਬੇਈਮਾਨੀ ਕਰੇ ਤਾਂ ਉਹ ਗੁਰਦੁਆਰਾ ਵੀ ਨਾ ਰਿਹਾ। ਗੁਰਦੁਆਰਾ ਸੱਚ ਸਿਖਾਉਂਦਾ ਹੈ ਤੇ ਗੁਰਦੁਆਰਾ ਕਹਿੰਦਾ ਤੂੰ ਗੁਰਦੁਆਰੇ ਤੋਂ ਬਾਹਰ ਨਿਕਲ ਕੇ ਜਿੱਥੇ ਜਾਏ ਗੁਰਦੁਆਰੇ ਵਾਲੇ ਮੈਸੇਜ ਨਾਲ ਜੀ, ਘਰ ਵਿੱਚ ਜੀ, ਬਾਜ਼ਾਰ ਵਿੱਚ ਜੀ, ਦੁਨੀਆ 'ਚ ਜੀ, ਨੌਕਰੀ 'ਚ ਜੀ। ਪਤਾ ਲੱਗਾ ਕੋਈ ਕੰਮ ਛੱਡਣ ਬਾਰੇ ਨਹੀਂ ਕਹਿ ਰਹੇ ਨੇ, ਤਾਂ ਨਾਮਦੇਵ ਜੀ ਕਹਿੰਦੇ ਨੇ ਨੀਕੀ ਤੇਰੀ ਬਿਗਾਰੀਆਂ, ਹਾਥ ਪਾਂਵ ਕਰ ਕਾਮ ਸਭ, ਸਾਰੇ ਜਿਤਨੇ ਵੀ ਕਿਰਤਕਾਰ ਕੰਮ ਨੇ ਸਾਰੇ ਚੰਗੇ ਨੇ, ਨੀਕੀ ਤੇਰੀ ਬਿਗਾਰੀਆਂ। ਜਿਸ ਕੰਮ ਦੇ ਵਿੱਚ ਲੈ ਤੇਰਾ ਨਾਉ, ਦੁਨੀਆ ਦਾ ਕੋਈ ਵੀ ਕੰਮ ਕਰ ਉਹਦੇ ਵਿੱਚ ਲੈ ਤੇਰਾ ਨਾਉ, ਜੇ ਤੂੰ ਰੱਬ ਨਾਲ ਜੁੜਿਆ, ਭਾਵ ਸੱਚ ਨਾਲ ਜੁੜਿਆ, ਤੇ ਉਹ ਨੀਕਾ ਹੈ, ਉਹ ਨੀਕੀ ਹੈ। ਹੁਣ ਪੁੱਛੀਏ ਬਿਗਾਰੀਆਂ ਕੀ ਹੈ? ਅਸੀਂ ਬਿਗਾਰੀਆਂ ਪਹਿਲਾਂ ਵੀ ਸਮਝ ਸਕਦੇ ਸੀ, ਪਰ ਪੂਰਾ ਮੈਸੇਜ ਸਮਝ ਆਇਆ ਤੇ ਪਤਾ ਲੱਗਾ ਜਦੋਂ ਦੋ ਪ੍ਰਦੇਸ਼ ਲੜਦੇ ਹੋਣ, ਦੋ ਰਾਜੇ ਲੜਦੇ ਹੋਣ, ਤਾਂ ਇੱਕ ਰਾਜਾ ਜਿੱਤ ਜਾਏ, ਹਾਰੇ ਹੋਏ ਰਾਜੇ ਦੀਆਂ ਫੌਜਾਂ ਨੂੰ ਕੈਦ ਕਰ ਲੈਂਦੇ ਸਨ, ਉਹਨਾਂ ਨੂੰ ਗੁਲਾਮ ਬਣਾ ਲੈਂਦੇ ਸਨ। ਅੱਜ ਦੀ ਬੋਲੀ 'ਚ ਉਹਨਾਂ ਨੂੰ ਪ੍ਰਿਜ਼ਨਰਸ ਆਫ ਵਾਰ ਵੀ ਕਹਿ ਸਕਦੇ ਹਾਂ। ਗੁਲਾਮਾਂ ਕੋਲੋਂ ਰਾਜੇ ਦੇ ਹੁਕਮ ਅਨੁਸਾਰ ਕੰਮ ਕਰਾਇਆ ਜਾਂਦਾ ਸੀ। ਜਿਹੜੇ ਕੰਮ ਕਰਾਉਂਦੇ ਸਨ ਉਹਨਾਂ ਨੂੰ ਪੈਸਾ ਧੇਲਾ ਇੱਕ ਨਹੀਂ ਸਨ ਦਿੰਦੇ, ਪਰ ਉਹਨਾਂ ਕੋਲੋਂ ਕੰਮ ਕਰਾਉਂਦੇ ਸਨ। ਉਹਨਾਂ ਨੂੰ ਸਿਰਫ ਕੰਮ ਕਰਨਾ ਹੈ ਰਾਜੇ ਵਾਸਤੇ, ਪ੍ਰਜਾ ਨੂੰ ਸਿਰਫ ਕੰਮ ਕਰਨਾ ਹੈ ਰਾਜੇ ਦੇ ਹੁਕਮਰਾਨਾਂ ਦੇ ਮੁਤਾਬਕ। ਜਦੋਂ ਉਹ ਸਾਰੇ ਕੰਮ ਕਰਦੇ ਨੇ, ਉਹਨਾਂ ਨੂੰ ਤਨਖਾਹ ਪੈਸਾ ਕੋਈ ਨਹੀਂ ਮਿਲਦਾ, ਗੁਲਾਮਾਂ ਵਾਂਗੂ ਕੰਮ ਕਰਦੇ ਨੇ। ਜਿਹੜੇ ਉਹ ਗੁਲਾਮਾਂ ਵਾਂਗੂ ਕੰਮ ਕਰਦੇ ਨੇ ਉਹਨਾਂ ਨੂੰ ਬਿਗਾੜ ਦੇ ਕੰਮ ਕਰਨਾ ਕਹਿੰਦੇ ਨੇ। ਗੁਰੂ ਪਾਤਸ਼ਾਹ ਕਹਿੰਦੇ ਨੇ ਮੈਂ ਸੱਚ ਦਾ ਗੁਲਾਮ ਹਾਂ, ਹਉ ਲਾਲਾ ਗੋਲਾ ਤੁਧ, ਕਹਿ ਕਬੀਰ ਗੁਲਾਮ ਘਰ ਕਾ ਜਿਆਏ ਭਾਵੇਂ ਮਾਰ, ਮੈਂ ਤੇਰਾ ਗੁਲਾਮ ਆ। ਤੇਰਾ ਜਿਹੜੀ ਮੈਂ ਕਾਰ ਦੱਸਦਾ ਹੈ ਨਾ, ਤਾਂ ਤੇਰੀ ਗੁਲਾਮੀ 'ਚ, ਭਾਵ ਤੇਰੀ ਬਿਗਾੜ 'ਚ ਮੈਨੂੰ ਸਵਾਦ ਆਉਂਦਾ ਹੈ। ਨੀਕੀ ਤੇਰੀ ਬਿਗਾਰੀਆਂ। ਬਿਗਾੜ ਤੋਂ ਪਤਾ ਲੱਗਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਿਗਾੜ ਦਾ ਮੈਨਾ ਇੱਕ ਜਗ੍ਹਾ ਹੁੰਦਾ ਆਪਣਾ ਵਿਗਾੜ ਲੈਣਾ, ਆਪਣਾ ਬਿਗਾੜ ਬਿਰਾਨਾ ਸਾਂਡੇ। ਪਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹ ਵੀ ਆਉਂਦਾ ਜੋ ਬਿਗਾਰੀ ਕੈ ਸਿਰ ਦੀਜੈ ਦਾਮ। ਜਿਵੇਂ ਬਿਗਾਰੀ ਹੁੰਦਾ, ਪਕੜਿਆ ਹੋਇਆ ਕੋਈ ਗੁਲਾਮ ਹੁੰਦਾ, ਉਹਦੇ ਕੋਲੋਂ ਕੰਮ ਲੈਂਦੇ ਨੇ, ਉਹਨੂੰ ਅੱਗੇ ਵੇਚ ਦਿੰਦੇ ਨੇ, ਉਹਦਾ ਦਾਮ ਦਿੰਦੇ ਨੇ। ਇਸ ਤਰ੍ਹਾਂ ਕਹਿੰਦੇ ਨੇ ਮੈਂ ਸੱਚ ਦੀ, ਤੇਰੀ ਇਸ ਸੱਚੀ ਦੱਸੀ ਗੁਰੂ ਦੀ ਮੱਤ ਦੀ ਕਾਰ ਦਾ ਗੁਲਾਮ ਆ। ਉਸ ਅਨੁਸਾਰ ਮੈਨੂੰ ਮੱਤ ਮਿਲਦੀ ਹੈ। ਮੈਂ ਆਪਣੇ ਜੀਵਨ ਵਿੱਚ ਦਿਨ 24 ਆਵਰਸ ਜਾਂ ਸਾਰੀ ਲਾਈਫ ਵਿੱਚ ਜੋ ਵੀ ਕਾਰਜ ਕਰਦਾ ਉਹ ਕਾਰਜ ਨੀਕਾ ਹੈ, ਉਹ ਕਾਰਜ ਸਾਰੇ ਨੀਕੇ ਨੇ। ਉਹ ਬੇਗਾਰੀਆਂ ਨੀਕੀ ਨੇ ਜਿਨ੍ਹਾਂ ਦੇ ਵਿੱਚ ਤੈਨੂੰ ਯਾਦ ਰੱਖਿਆ ਜਾਂਦਾ ਹੈ। ਹਾਥ ਪਾਂਵ ਕਰ ਕਾਮ ਸਭ ਚੀਤ ਨਿਰੰਜਨ ਨਾਲ। ਜਦੋਂ ਰੱਬ ਨੂੰ ਯਾਦ ਰੱਖਿਆ ਜਾਂਦਾ ਹੈ ਤਾਂ ਪਤਾ ਲੱਗਾ ਕਿ ਇਹ ਬਿਗਾਰੀਆਂ, ਇਹ ਬਿਗਾੜ ਵਾਲੇ ਕੰਮ ਕੀ ਨੇ? ਸੱਚ ਦੇ ਅਨੁਸਾਰ ਜੀ। ਅਗਿਆਨਤਾ ਵਸ ਜੀਏਗਾ, ਮਤ ਕੋ ਭਰਮ ਭੁਲੈ ਸੰਸਾਰਾ, ਗੁਰਬਿਨ ਕੋਏ ਨਾ ਉਤਰਸ ਪਾਰਾ। ਸੱਚ ਸਮਝ ਲੈ। ਇਸ ਸ਼ਬਦ ਦਾ ਮੈਨਾ ਨਿਕਲਿਆ ਕਿ ਮੈਂ ਐਸੇ ਸੱਚ ਦੀ ਵਿਚਾਰ ਤੋਂ ਬਲ ਬਲ ਜਾਨਾ। ਅੱਗੇ ਕਹਿੰਦੇ ਨੀਕੀ ਤੇਰੀ ਬਿਗਾਰੀਆਂ, ਲੈ ਤੇਰਾ ਨਾਉ। ਉਹ ਕੰਮ ਚੰਗੇ ਨੇ ਜਿਹਦੇ 'ਚ ਰੱਬ ਦੇ ਮਤ ਅਨੁਸਾਰ ਸੱਚਾ ਜੀਵਨ ਜੀਵਿਆ ਜਾਂਦਾ ਹੈ। ਹੇਰਾ ਫੇਰੀ ਨਹੀਂ ਕੀਤੀ ਜਾਂਦੀ, ਰਿਸ਼ਵਤ ਨਹੀਂ ਲਿੱਤੀ ਜਾਂਦੀ, ਝੂਠ ਨਹੀਂ ਬੋਲਿਆ ਜਾਂਦਾ, ਡੁਪਲੀਕੇਟ ਮਾਲ ਨਹੀਂ ਵੇਚਿਆ ਜਾਂਦਾ, ਡੁਪਲੀਕੇਟ ਟਿਊਬਾਂ ਨਹੀਂ ਵੇਚੀਆਂ ਜਾਂਦੀਆਂ, ਡੁਪਲੀਕੇਟ ਟਾਇਰ ਜਾਂ ਡੁਪਲੀਕੇਟ ਦਵਾਈਆਂ ਨਹੀਂ ਵੇਚੀਆਂ ਜਾਂਦੀਆਂ। ਕੁਛ ਵੀ ਐਸਾ ਨਹੀਂ ਵੇਚਿਆ ਜਾਂਦਾ ਜਿਹਦੇ ਨਾਲ ਦੂਸਰਾ ਕੁਛ ਯੂਜ਼ ਕਰਕੇ ਮਰ ਜਾਏ। ਕੋਈ ਵੀ ਇਨਸਾਨ ਡਰੱਗ ਨਹੀਂ ਵੇਚ ਸਕੇਗਾ ਜ਼ਿੰਦਗੀ ਵਿੱਚ ਜਿਹਨੂੰ ਨੀਕੀ ਬਿਗਾਰੀਆਂ ਸਮਝ ਆ ਗਈ। ਕੋਈ ਵੀ ਇਨਸਾਨ ਸ਼ਰਾਬ ਨਹੀਂ ਵੇਚ ਸਕੇਗਾ, ਕਿਉਂਕਿ ਸ਼ਰਾਬ ਪੀਣ ਵਾਲਾ ਨਾਲੀਆਂ ਤੇ ਡਿੱਗੇਗਾ, ਪਰਿਵਾਰ ਨਾਲ ਲੜੇਗਾ, ਆਪਣਾ ਜੀਵਨ ਖੁਆਰ ਕਰ ਲੇਗਾ।
ਵੇਚ ਹੀ ਨਹੀਂ ਸਕੇਗਾ। ਨੀਕੀ ਤੇਰੀ ਬਿਗਾਰੀਆਂ, ਜਿਹੜਾ ਵੀ ਕਾਰਜ ਕਰੇਗਾ ਰੱਬ ਨੂੰ ਵਿਚਕਾਰ ਮੌਜੂਦ ਸਮਝੇਗਾ। ਕਹਿੰਦੇ ਨੇ ਇਹ ਸ਼ਬਦ ਦਾ ਰਹਾਉ ਹੈ ਨਾਮਦੇਵ ਜੀ। ਹੁਣ ਜਦੋਂ ਰਹਾਉ ਸਮਝ ਆਇਆ ਤਾਂ ਪਤਾ ਲੱਗਾ ਅੱਗੇ ਕੀ ਕਹਿੰਦੇ ਨੇ। ਕੁਝਾ ਆਮਦ, ਕੁਝਾ ਰਫਤੀ, ਕੁਝਾ ਮੇਰਵੀ। ਸੋਚਦੇ ਨੇ ਰੱਬ ਆਏਗਾ ਕਿਸੇ ਦਿਨ, ਫਲਾਣੇ ਨੂੰ ਫਲਾਣੀ ਜਗ੍ਹਾ ਦਰਸ਼ਨ ਦੇਗਾ, ਫਲਾਣੀ ਜਗ੍ਹਾ ਮਿਲੇਗਾ। ਅਚਾਨਕ ਕਿਸੇ ਨੂੰ ਕਿਸੇ ਵੇਲੇ ਕਿਸੇ ਜਗ੍ਹਾ ਪੇੜ ਥੱਲੇ ਬਹਿ ਕੇ ਅਚਾਨਕ ਰਾਤੋਂ ਰਾਤ ਗਿਆਨ ਹੋ ਜਾਏਗਾ। ਇੰਜ ਨਹੀਂ ਹੁੰਦਾ। ਮਹਾਤਮਾ ਬੁੱਧ ਬਾਰੇ ਵੀ ਇੰਝ ਸਮਝਦੇ ਨੇ, ਪਰ ਮਹਾਤਮਾ ਬੁੱਧ ਨੂੰ ਇਸ ਤਰ੍ਹਾਂ ਪੇੜ ਥੱਲੇ ਬਹਿਣ ਨਾਲ ਗਿਆਨ ਨਹੀਂ ਸੀ ਹੋਇਆ। ਮਹਾਤਮਾ ਬੁੱਧ ਨੇ ਦੁਨੀਆ ਭਰ ਦੇ ਸਾਰੇ ਕਰਮਕਾਂਡ, ਸਾਰੇ ਪਾਖੰਡ, ਸਾਰੀ ਦੁਨੀਆ ਦੇ ਗਿਆਨ ਸੁਣੇ, ਪੜ੍ਹੇ, ਪ੍ਰੈਕਟਿਸ ਕੀਤੇ। ਨਿਰਾਸ਼ ਹੋ ਗਿਆ। ਜਦੋਂ ਨਿਰਾਸ਼ ਹੋ ਕੇ ਇੱਕ ਦਿਨ ਪੇੜ ਥੱਲੇ ਬੈਠਾ ਤਾਂ ਉਹਨੂੰ ਸਾਰੀ ਜ਼ਿੰਦਗੀ ਜਿਹੜੀ ਬਿਤਾਈ ਸੀ ਕਰਮਾਂ ਕਾਂਡਾਂ ਔਰ ਭੁਲੇਖਿਆਂ ਦੇ ਰਸਤਿਆਂ 'ਚੋਂ, ਉਹਨਾਂ ਤੋਂ ਮਹਾਤਮਾ ਬੁੱਧ ਜੀ ਨੂੰ ਸਮਝ ਆ ਗਈ ਕਿ ਸੱਚ ਦਾ ਰਸਤਾ ਅੰਦਰ ਹੈ, ਬਾਹਰ ਨਹੀਂ। ਖੈਰ, ਰੱਬ ਜੀ ਅਚਾਨਕ ਨਾ ਆਉਂਦੇ ਨੇ ਨਾ ਅਚਾਨਕ ਜਾਂਦੇ ਨੇ। ਰੱਬ ਜੀ ਇਸ ਸ੍ਰਿਸ਼ਟੀ 'ਚ ਰਹਿੰਦੇ ਨੇ। ਬਲਿਹਾਰੀ ਕੁਦਰਤ ਵਸਿਆ। ਜਿਹੜਾ ਵਸਿਆ ਹੋਇਆ ਉਹ ਘੋੜੀ 'ਚ ਸਪੈਸ਼ਲ ਚੜ੍ਹ ਕੇ ਨਹੀਂ ਆਏਗਾ। ਜਿਹੜਾ ਵਸਿਆ ਹੋਇਆ ਉਹ ਮੁਸੀਬਤ ਵੇਲੇ ਅਚਾਨਕ ਨਹੀਂ ਆਏਗਾ। ਉਹ ਰਹਿੰਦਾ ਹੀ ਇੱਥੇ ਹੈ, ਉਹ ਪਰੇ ਜਾਂਦਾ ਹੀ ਹੈ। ਰੱਬ ਜੀ ਤੋਂ ਬਿਨਾਂ ਇਹ ਦੁਨੀਆ ਹੋ ਹੀ ਨਹੀਂ ਸਕਦੀ। ਜਿਸ ਤਰ੍ਹਾਂ ਮੱਛੀ ਪਾਣੀ 'ਚ ਰਹਿੰਦੀ ਹੈ ਤਾਂ ਸਾਰਾ ਪਾਣੀ ਉਹਦੇ ਵਾਸਤੇ ਰੱਬ ਹੈ। ਅਸੀਂ ਸ੍ਰਿਸ਼ਟੀ 'ਚ ਰਹਿੰਦੇ ਹਾਂ, ਸਾਰੀ ਸ੍ਰਿਸ਼ਟੀ ਰੱਬ ਜੀ ਨੇ। ਹੁਣ ਸਮਝਾਉਂਦੇ ਨੇ, ਅੱਗੇ ਕਹਿੰਦੇ ਨੇ, ਕੁਝਾ ਆਮਦ, ਕੁਝਾ ਰਫਤੀ, ਕੁਝਾ ਮੇਰਵੀ। ਕਿੱਥੋਂ ਆਇਆ, ਕਿੱਥੋਂ ਆਏਗਾ, ਕਿੱਥੇ ਜਾਏਗਾ, ਕੁਛ ਨਹੀਂ ਪਤਾ। ਜਿਹੜੀ ਇਸਤਰੀ ਆਪਣੇ ਪਤੀ ਨਾਲ ਇਕਮਿਕ ਹੋਵੇ ਨਾ, ਉਹਨੂੰ ਨਾ ਪਤੀ ਦੀ ਇਕਮਿਕਤਾ ਦੇ ਨਾਲ ਆਪਣੀ ਸੁਹਾਗਨ ਬਣਨ ਦਾ ਜਿਹੜਾ ਖੇੜਾ, ਖੁਸ਼ੀ, ਵਿਸਮਾਦ ਹੁੰਦਾ ਨਾ, ਉਹ ਹੀ ਜਾਣਦੀ ਹੈ। ਜੇ ਸੱਚੀ ਮੁੱਚੀ ਸੁਹਾਗਨ ਵਾਲਾ ਜੀਵਨ ਖੁਸ਼ੀ ਨਾਲ ਮਾਣ ਰਹੀ ਹੈ। ਉਹਨੂੰ ਜੇ ਕੋਈ ਇੰਟਰव्यू ਲੈਣ ਵਾਲਾ ਪੁੱਛੇ, तुम्हारा पति बचपन में कहाँ पैदा हुआ था, ये क्या काम करता था, ये कौन से स्कूल में पढ़ा है, तुम इसका बचपन देख के आए हो, क्या खेलता था, कौन से कपड़े पहनता था, वो कहेगी मैनू नहीं पता की करदा सी, मैनू नहीं पता, मैनू तो पता मैं अज ये नाल इकमिक हाँ। सुहागन, सुहागन रब जी दे नाल इकमिकता दी अवस्था है। ਉਹਦੇ ਵਿੱਚ रब जी ना आंदे ने ना रब जी जांदे ने, क्योंकि रब जी विछड़े ही नहीं ने। गुरु मेरे संग सदा है। नाले रब जी का ज्ञान रब जी ने, रब जी ज्ञान ने, ज्ञान रब जी ने। नानक पार ब्रह्म गुर भेद ना पाई। रब जी अते ज्ञान में कोई फर्क नहीं है। जदों ये गल समझ आई तो कहते रब कित्थों आंदा है, कित्थों उपजे, कह रहा है कि माई समावे। ये सारिया गल्लां गुरु ग्रंथ साहिब विच करके गुरु पातशाह जी की डॉक्ट्रिन के मुताबक सानू समझाण दे यतन ने कि इस गल नू समझो कि खरा सच की है। पता लगा रब जी ना आते ना जाते हैं तो रब जी किसी खास देश भी नहीं, ना किसी खास प्रदेश ने, ना किसी जगह गैर हाजर ने, तो ना किसी खास तीरथ उत्ते स्पैशल बैठे हुए हैं, सब जगह ने। जदों रब जी सब जगह ने तो मैं इस शब्द नू पढ़ के हैरान रह गया। द्वारका नगरी रास बुगोई। गुरु पातशाह इस शरीर नू नगरी कहते हैं। गुरु ग्रंथ साहिब की बाणी दे विच शरीर नू देह कहते हैं। गुरु ग्रंथ साहिब की बाणी विच इस शरीर नू जदों शरीर आत्मक उच्ची अवस्था माणन लग पैंदा है सच दे ज्ञान अनुसार, इसनू शिव की पूरी कहते हैं। गुरु पातशाह इसनू गांव कहते हैं। देही गावां जियो धर मै तो बसै पंच किरसाना, नैनू नकटू श्रवणू रसपत इंद्री क्या ना माना। राहोज की कहते हैं, बाबा अब ना बसोए गाँव। शरीर नू देह नू गाँव भी कहते हैं, पूरी भी कहते हैं। मन की अवस्था नू बयान करदियां गुरु पातशाह कहते हैं, बेगमपुरा कोई जगह नहीं है। मते तू ग्लोब चुक के नक्शा चुक के लभण लगे, बेगमपुरा शहर को ना कोई थां नहीं है। तिथे खैर सदा सुख। बेगमपुरा जिथे आत्मक अवस्था विच इस शरीर नू कोई गम नहीं रहिंदा, सुख दुख दोनों सम कर जाने मनुख हो जाता। चढ़दी कला वाली अवस्था वाले मनुख बारे शब्द चल रहा है। कहते हैं बेगमपुरा करतारपुर करता बसे। ये सारी सृष्टि करतारपुर है, कोई स्पैशल वक्री थां करतारपुर नहीं चल रही गल। गुरु ग्रंथ साहिब जी चो असीं समझ रहे हैं, भुपिंदर सिंह ओपीनियन नहीं चल रही, मेरी सोचनी नहीं चल रही। गुरु ग्रंथ साहिब नूं मत्था टेकदे हैं गुरु ग्रंथ साहिब जी कोलों पुछ पुछ के। गुर ते महल प्राप्ते, कोई सोने दा या कोई संगमरमर दा कोई बिल्डिंग की गल नहीं चल रही। गुर ते महल प्राप्ते जे आवे एक हथ। जदों सच समझ आंदा है, मानो तू गुरु दे महल अंदर एंटर कर गया है,
इस तरह ही गुरु ग्रंथ साहिब जी कहते हैं नानक बद्धा घर तां हाँ उस घर दे नाल जुड़ गया जिथे मिरत ना जन्म जरा। भाव मैं उस घर ही एंटर कर गया। घर पुरी, गांव करतारपुर, बेगमपुरा। इसी तरह कहते ने बैकुंठ भी मन की अवस्था है। साध संगत बैकुंठे आए। बैकुंठ कित्थे है? विच संगत हर प्रभ वसै जियो। पता लगा संगत विच रब जी वसदे ने। फिर किहड़े घोड़ी ते चढ़ के अचानक आएंगे ਜਿਹੜੇ ਸਾਨੂੰ इस शब्द नाल गुरु ग्रंथ साहब तो आउट करके बाहरों सुनाते फिरते हैं। फिर मैं किसी को क्रिटिसाइज नहीं कर रहा, सुनाण वाले नूं भी ते सुनन वाले नूं भी बेनती कर रहा, गुरु ग्रंथ साहब दे विच चुब्बी मार के तो देखो कि अर्थ की ने, कितनी उच्ची अवस्था सिखाते हैं। रास, रास दा गुरु ग्रंथ साहब दे विच मैना है मूल धन, असैट, कैपीटल, पूंजी, वो धन जिहड़ा मनुख अपने नाल लैके चलता है। हुण कहंदे हैं रास बारे मैं सोच रहा सा, गुरु पातशाह कहते ने जो टहंदो मूल सो कर रास कर। जे तू विकारां दे कारण अपने घर दा मकान डिगा लैंदा ना, उस अपने अंतर आत्मा दे घर नूं ठीक कर। घर घर यो पहुंचा तैनूं दिता जा रहा सदणे नित पवन। सदण आरा सिमरे नानक से दे आवन, तेरा एक मिकता की अवस्था आ जाएगी, पर अपना घर तो ठीक कर। तेरा घर सारा चौंदा पिया, विकार इसकी एक एक छत चोरी है, बारिश आ रही है, सारा जल थल होया पे, खराब होया पे, तेरा फर्श भी टुटा होया है, दीवारां भी टुटियां हैं, खिड़कियां सारी टुटियां, तेरे एक एक अंग दा टुटा होया है। पता लगा द्वारका नगरी इस शरीर नूं कहंदे ने। द्वारका, द्वारका दे मैंने कोश चों पढ़ के देखना, द्वारका दा मैना हुंदा है वो नगरी जिहदे अनेकां द्वार होण। ए मेरा शरीर नगरी है, ਇਹਦੇ अनेका द्वार हैं, इंद्रे ज्ञानेंद्रे, अख नक कान, बड़े सारे दे अंग ने, ਇਹਦੇ द्वार ने जिथों विकार एंटर करते हैं। कहते ने द्वारका नगरी रास बुगोई। हुण रास समझ आई की होया। गुरु पातशाह कहते ने जिन्ना रास ना सच है क्यों तिना सुख होए। जिन्हां कोल सच दे ज्ञान की रास, असैट, कैपीटल, पूंजी नहीं है ना, वो सुख प्राप्त नहीं कर सकते ने। रास, रास का मैना गुरु ग्रंथ साहब चो लभना है ना, कि रास का मैना कोई कहानियां चो लभना है। असी गुरु ग्रंथ साहब नूं मत्था टेकदे हां, पता लगा गुरु साहब कहंदे ने रास बिनानी राखते खाया घर का खेत। तू यही रास कट्ठी करता रहा, लोकी की करते ने, ऐ ना किता लोकी की कहणगे, फलाणे दी कुड़ी कित्थे चली गई, फलाणिਆਂ नाल की होया, उन्हां दा बिजनेस ढह पिया, उन्हां दे घर दाज वेले इन्ना पैसा आया, उन्हां दा विआह चढ़िया, उन्हां दी धी ने उन्हां नूं दिता, उन्हां दे पुत्तर नूं इतनी सारियां कारां उहदे दाज विच मिलियां, इन्ने लख दिता। ये तू पराई रास कट्ठी करी जा रहा। रास बिरानी राखते खाया घर का खेत, अपना घर गवा रहा। ਜਿਹੜਾ अपने घर ਨੂੰ संभालण की रास रखता है, वो सच का ज्ञान लैके बाहर देखण की रास के बदले अंदर की रास इकट्ठी करता है, अंदर चला जाता है, सच नाल जुड़ जाता है। उन्होंने लोगों नाल गल्लां नहीं करनियां पैंदियां भी आओ हुण सुखमनी साहब किट्टी ते पूरा हो गया, तो हुण महल्ले दियां बीबियां दी, शहर दी बीबियां दा कंप्यूटर खोलिया भी किहदे नाल की होया, ये नहीं करना पैंदा। अंदर सच इकट्ठा कर लैंदे ने। हुण समझ आया चरण कमल आधार जन का रास पूंजी एक, ये रास है। हुण कहंदे ने द्वारका नगरी रास बुगोई। बुगोई की हुंदा है? बुगोयद आखदा है, कथन करदा है, बयान करदा है। जिस गुरु ग्रंथ साहब शब्द है नानक सच बुगोए, नानक सच आखदा है, सच दसदा है। नानक बुगोयद सच, नानक बुगोयद जन तुरा तेरे चाकरा पाखाक। बुगोयत का मैना होंदा है एक्सप्लेन करना, कथन करना, बयान करना। कहंदा है, आखदा है, कहंदे ने मेरी इस द्वारका नगरी दे ना विच सच की रास इकट्ठी हो गई है, जिसके कारण खुशखबरी मैं दिती है। जिस सच की रास उत्ते मैं बल बल जाना, जिस सच के ज्ञान उत्ते मैं बल बल वारने जाना, उस सच की विचार के कारण पता कि मेरी रास इकट्ठी हो गई है। मैं आखदा ये बयान करदा रास बुगोई। इस तो बाद अगे की कहते, खूब तेरी पगरी मीठे तेरे बोल। खूब तेरी पगरी, खूब, वाह भी वाह, बड़ी सोहनी पगरी दस्तार की गल नहीं चल रही। खूब तेरी पगरी, पगरी होंदा पग, पग तो बनया रस्ता, रस्ता
कदम, क्योंकि मैं सिविल इंजीनियर हाँ, सानू दसिया जाता जे इंची टेप भी ना होए, डिस्टेंस नापना होए तो कदम नाप लईदा है। इंची टेप ना होए इंज ਉਂਗਲਾਂ ਦੀਆਂ ਗਿੱਠਾਂ नाप लईदा 9-9 इंच ਦੀਆਂ। तो मैं पढ़ के हैरान रह गया, बलिहारे जाता मैं भाई कान सिंह नाभा जी तो, तुसी कोश जाके पढ़ना तो भाई साहब बयान करते हैं, महान कोश वाले गुरमत मारतंड वाले भाई कान सिंह नाभा जी। मैं कोट इस करके कर रहा कि मेरे अर्थ नहीं हैं, उन्होंने स्कॉलर्स दे सबजैक्ट टू वननैस विद गुरु ग्रंथ साहिब, गुरु ग्रंथ साहिब के लॉजिक्स मुताबक कहते हैं जदों एक कदम चुक के दूजा कदम अगे रखते हैं ना, एक कदम तो दूजे कदम का जिहड़ा डिस्टेंस होंदा है ना, इसनूं पग कहते हैं, इस डिस्टेंस नूं पग कहते हैं। हुण पग तो बनया पगड़ी, पग तो बनया पगडंडी, वो सीधा रस्ता। जे मनुख डिंगा टेढ़ा चले ना, कदे शरीफ कदे बदमाश, कदे गुरमुख कदे साधु कदे शैतान, सवेरे साधु बन जाओ शामी शराब की बोतल खोल लवो, साधु भी भूखा ना रहे शैतान भी बेजार ना होवे, सवेरे अखंड पाठ करा लो शामी पार्टी कर लो, पार्टी में शराब रख लो। यह सारा कुछ अज का नौजवान साढ़े कोलों देख देख के उन्हें सवेरे ही पीनी शुरू करती है। कॉलेज दे विच नौजवान मुंडे कुड़ियाँ दिहाड़ी च जे एक पीरियड तो विचकार 10 मिनट गैप होए तो बाहर जाके शराब पी के आ जाते हैं। क्यों? पता नहीं है सच। देखिया किनू है? वड्डियां नूं। सारे वड्डे शराब नहीं पींदे हैं, पर मैं वैसे गल कर रहा, असी जो उन्होंने सामने समाज क्रिएट कर दिता भी शराब भी पी लो, गुरुद्वारे भी चले जाओ, पाठ भी कर लो, गुरुमुख भी खवा लो, मनमुख भी खवा लो, शराब भी पी लो, डांस भी कर लो। कहते सीधा चलिया कर, चलत कत टेढ़े टेढ़े, की डिंगा टेढ़ा टुरदा रहना, सीधे रस्ते सीधी पगडंडी वांगू सीधे राह ते टुरिया कर। ओनू पगड़ी कहते हैं। खूब तेरी पगड़ी, जगह खूब 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 तेरो नाम, तेरा मार्ग खूब है, ग्रेट है, सोहनी है तेरी मार्ग वाली पंथ वाली जीवनी समझाण दी गुर की कार तेरी मत। जदों ये पता लगा तो गुरु पातशाह कहते ने हों अभिमान टेढ़ पगड़ी, मैं तो इतने मान अंकार च रहिंदा कि मैं तो टेढ़े रस्ते टुरना। राख लियो हम ते बिगड़ी, हों अभिमान सील धर्म जब भगत ना कीनी, हो अभिमान टेढ़ पगड़ी, मैं तो इतना हंकारिया है कि मैं टेढ़े रस्ते टुरदा रहना। इस करके वो कहते संदक तो ये साधनी की मत घालो जम की खबरी, मैनू विकारां दे वस ना पाना, विकारां दे मार्ग ते ना टोरना, विकारां दी निगरानी हेठ ना रखना, मैनू सच नाल जोड़। पंचां ते एक छूटा जो साधु संग परागो, हुण समझ आया। कहते ने मोको दीजै दान प्रभ संतन पग राल, केस पग झारों, केस पग झारों का मतलब ए वाले वाल अते पैर धोने ने, ये नहीं ने। केस पग झारों, केस उत्थे मत का प्रतीक है, पग झारों सच दे मार्ग उत्ते टुर के मैं अपनी दुरमत दूर करदा, केस पग झारों। हुण पता लगा पगी पैर पद लीन होना, पग पगना प्रेम विच डुबना, सिर्फ सीधे उसी राह ते टुरदे रहना। खैर कहते ने जन पग लग ध्यावों, मैं सच नाल जुड़ना चाहता, सच्चे मार्ग ते सच्चे पगड़ी ते सच्चे पंथ ते टुर के। हुण कहते ने सीधे रस्ते ते टुरो तां पता की हो जाता है, समझ आया तेरे बोल क्योंकि मिठे ने, तेरा मार्ग मिठा है, मैनू मिठा जीवन समझ आ गया, मीठे तेरे बोल, मैनू बोलण दी टैक्नीक समझ आ गई। अज साइंस विच दुनिया कॉलेज पढ़ा रही है किस तरह बोलो, हाउ टू स्पीक, स्पीकिंग टैक्नीक। गुरु साहब कहते हैं मिठ बोलड़ा जी हर सज्जन स्वामी मोरा, हो संभल थकी जी, वो कदे ना बोला कोड़ा, तू मिठा बोलिया कर, मिठा बोल समझ आ जाएगा, फिर गल समझ आ जाएगी रोज़ सवेरे। नानक फिक्के बोलिया तन मन फिक्का होए तो मन शीतल नहीं रहेगा, मन जम की पगड़ी पै जाएंगे। मिठा बोल समझा दिता, कहते ने खूब तेरी पगड़ी मीठे तेरे बोल, द्वारका नगरी काहे के मगोल। द्वारका नगरी असी समझ चुके हैं इस शरीर नूं कहते हैं जिहदे अनेका दरवाजे ने, काहे के मगोल, मगोल लफज प्रचलित होया गुरु ग्रंथ साहिब की बाणी विच, जिसका कहते ने खुरासान खसमाना किया, हिंदुस्तान डराया, आपे दोष न देई करता। अगे की कहते ने इति मार पई वाले शब्द विच, जम कर मुगल चढ़ाया, पता लगा जम विकार नूं मुगल कहते ने। द्वारका नगरी रास भगोई है ना,
ਹੁਣ ਕਹਿੰਦੇ ਨੇ ਦਵਾਰਕਾ ਨਗਰੀ ਕਾਹੇ ਕੇ ਮਗੋਲ, ਕਾਹਦਾ ਇੱਥੇ ਵਿਕਾਰ। ਹੁਣ ਮੈਨੂੰ ਵਿਕਾਰ ਨਹੀਂ ਸਤਾਉਂਦੇ ਨੇ, ਜੰਮ ਰੂਪੀ ਵਿਕਾਰਾਂ ਦੇ ਵਸ ਮੈਂ ਨਹੀਂ ਪੈਂਦਾ। द्वारका नगरी काहे के मगोल, विस्मादित अवस्था है ना, चढ़ती कला वाली, बौरम को आए आवेंगे वाली ना। द्वारका नगरी काहे के मगोल। आखिरी पदा, प्यार दी पाख्या मिठी समझ आ गई, एक फिक्का ना गलाए सबना में सच्चा तणी। हुण आखिर ते कहंदे चंदी हज़ार आलम एकल खाना, कि ਉਹਦੇ ਕੋਲ ਕਿੰਨੇ ਪੈਸੇ ਨੇ, ਇਹ ਬਸ ਕੋਈ ਚੰਦ ਕੁ ਸਿੱਕੇ ਨੇ, ਚੰਦ ਹਜ਼ਾਰ। ਚੰਦੀ ਮੀਨਸ ਫਿਊ, ਮੈਨੀ। ਚੰਦੀ ਹਜ਼ਾਰ, ਕੁਛ ਹਜ਼ਾਰ ਬੰਦੇ ਨੇ, ਭਾਵ ਅਨੇਕਾਂ ਦੁਨੀਆ ਦੇ ਪ੍ਰਾਣੀ ਮਨੁੱਖ ਨੇ। ਚੰਦੀ ਹਜ਼ਾਰ ਆਲਮ, ਆਲਮ ਹੁੰਦਾ ਪ੍ਰਾਣੀ, ਮਨੁੱਖ, ਜੀਵ ਜੰਤ। ਚੰਦੀ ਹਜ਼ਾਰ ਆਲਮ, ਕੁਛ ਮੀਨਸ ਮੈਨੀ ਪੀਪਲ ਨੇ। ਏਕਲ ਖਾਨਾ, ਏਕਲ ਮੀਨਸ ਸਭ ਦੇ ਉੱਤੇ ਇੱਕ ਰੱਬ ਜੀ ਨੇ, ਸਭ ਜੀ, ਸਭ ਦੇ ਵਾਸਤੇ ਇੱਕ ਸੱਚਾ ਗਿਆਨ ਹੈ। एकल का मतलब हो गया अदुੱਤੀ, लासानी, जिस वर्गा और कोई ना हो। वो की है? सच का ज्ञान, शब्द गुरु, सच दी विचार, सतगुर, यूनीवर्सल ट्रुथ, सच का ज्ञान जिहड़ा हिंदू मुसलमान सिख ईसाई वास्ते सब जगह यूनीवर्सली पूरी दुनिया सच होंदा, उसनूं यूनीवर्सली सच कहंदे ने। उन्होंने एकल कहंदे ने। एकल खाना, खाना खान, मालिक, स्वामी, सब का एक मालिक है, रब जी है। चंदी हज़ार आलम एकल खाना, हम चीनी पातशाह सांवले बरना। कहते ने चीनी, चीनी लफज आया बंगाल तो, नामदेव जी बंगाल तो चीनी, आमी तुम्ही के चीनी ना आए, मैं तुमको जानता नहीं हूँ। चीनी कहते हैं हम चीनी पातशाह, नामदेव जी कहते हैं मैं जैसा पातशाह जानदा। चीनी मीन्स जानना, जाने ना आए, चीनी ना आए, नहीं जानदा, जानदा। मैं जिस रब जी नूं जानदा, मैं जिस सच्चे ज्ञान नूं जानदा, जिस पातशाह नूं जानदा, हम चीनी पातशाह सांवले बरना। सांवले दा मैना होंदा है मनोहर, सुंदर। बरना जिस तरह असीं पढ़दे हां सावल सुंदर रामैया, सावल, सावल, सावल प्रतीक है सुंदरता दा, मनोहरता दा। सावल सुंदर रामैया, सावल रूप बनावना, सावल रूप ये जीवन मैं जानदा हाँ। हम चीनी पातशाह सांवले बरना। अगे कहते हैं असपत गजपत नरै नरिंद, नामे के स्वामी मीर मुकंद। मीर लफज बनया अमीर तो, जिस तरह थापना, स्थापना, शनान, इशनान, इस तरह मीर बनया अमीर तो। बाणी विच उथे अमीर का मतलब मीर, मीर अमीर, निध खजाने वाला मालक, धनी अमीर। सच्चे गुणा दा, रब्बी गुणा दा निध खजाना, जिस जल निध कारण तुम जग आए, निध खजाना, वो वाले अमीर खजाने का मालक पातशाह रब जी ज्ञान गुरु बारे कहते हैं। आसपत, आसपस कहते हैं सूरज, ज्ञान का प्रतीक। गजपत, हाथी नूं सब तो ज्ञानवान सियाणा समझा जाता है। कहते सारे हाथियों का सब तो सिरमौर, शिरोमणि गजपत। नरै इच्छा रहत, नरिंद मनुखा का स्वामी, मेरा रब जी, सच का ज्ञान, ज्ञान गुरु। आसपत है, गजपत है, नरै नरिंद है। नामे के स्वामी मीर मुकंद। मुकंद लफज बनया मुक, मोक्ष तो, मुक्ति देण वाला, मुकत पुगत जुगत पूरन, परमानंद परम निदान। कहते ने मेरा परमात्मा इतना सुंदर है, इतना सांवले बरना है, वर्णन करन योग है, इतना सच सोना है कि वो आसपत गजपत नरे नरिंद है। मैनू मुक्ति दवा देंदा है। मुक्ति किदे तो दवा देंदा? मरण तो बाद नहीं, हुणे अज ही इत्थे ही। बेणी कह सुनो रे भगतो, मरण मुकत किन पाई। मरण तो बाद नहीं, अज ही इत्थे हुणे मुक्ति दवा देंदा है सच दा ज्ञान। उस सच्चे ज्ञान दे बारे अज दे शब्द विच विस्मादत अवस्था वाले, चढ़दी कला वाले, एलीवेटिड वननेस रब जी नाल एक मिकता वाले मनुख दी अवस्था नामदेव जी बयान कर रहे हैं। सारी संगत आए विद्वान सज्जणा दा बहुत बहुत धन्यवादी हाँ। उम्मीद करदा कि तुसी इस शब्द नूं घर जाके खोज के पढ़ोगे, इस तो उच्ची अवस्था असीं माण सकांगे। वाहिगुरू जी का खालसा।